ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਇੱਕ ਵਿਸ਼ੇ ਤੇ ਗੱਲਬਾਤ ਕਰਨ ਲਈ, ਤੁਹਾਡੇ ਵਿਚਾਰ ਜਾਣਨ ਦੇ ਲਈ ਖਾਸ ਤੌਰ ਤੇ ਅਸੀਂ ਅੱਜ ਦੋ ਮਹਿਮਾਨਾਂ ਦੇ ਨਾਲ ਗੱਲਬਾਤ ਕਰਨੀ ਹੈ। ਅੱਜ ਜਿਸ ਮੁੱਦੇ ਤੇ ਅਸੀਂ ਗੱਲਬਾਤ ਕਰਨੀ ਹੈ, ਅਮਰੀਕਾ ਦੇ ਵਿੱਚ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਸਹੁੰ ਚੁੱਕੀ ਹੈ, ਉਹਦੇ ਤੋਂ ਬਾਅਦ ਦੇ ਕੀ ਹਾਲਾਤ ਨੇ, ਕਈ ਉਹਨਾਂ ਨੇ ਅਹਿਮ ਐਲਾਨ ਕੀਤੇ ਆ, ਇੱਕ ਵੱਡੀ ਤਬਦੀਲੀ ਅਮਰੀਕਾ ਦੇ ਵਿੱਚ ਵਾਪਰਨ ਬਾਰੇ ਕਿਆਸ ਰਾਈਆਂ ਲੱਗ ਰਹੀਆਂ। ਡੋਨਲਡ ਟਰੰਪ ਉਹਨਾਂ ਨੇ ਕੁਛ ਜਿਹੜੀਆਂ ਆਰਥਿਕ ਨੀਤੀਆਂ ਜਾਂ ਇਮੀਗ੍ਰੇਸ਼ਨ ਨੀਤੀਆਂ ਸੀ ਉਹਨਾਂ ਨੂੰ ਇੱਕ ਖਾਸ ਰੰਗ ਦਿੱਤਾ ਸੀ, ਜਿਹੜਾ ਕਿ ਹੁਣ ਮੰਨਿਆ ਜਾ ਰਿਹਾ ਕਿ ਜੋ ਬਾਈਡਨ ਉਹਨਾਂ ਨੂੰ ਪੁੱਠਾ ਗੇੜਾ ਦੇ ਦੇਣਗੇ, ਪਿਛਲੇ ਪਾਸੇ ਨੂੰ ਲੈ ਜਾਣਗੇ। ਇਹ ਗੱਲ ਉਹ ਐਲਾਨ ਵੀ ਕਰ ਚੁੱਕੇ ਆ। ਉਹਦੇ ਵਿੱਚ ਕੁਛ ਕੁ ਗੱਲਾਂ ਜਿਹੜੀਆਂ ਉਹ ਬੜੀਆਂ ਸਪਸ਼ਟ ਨੇ। ਅਸੀਂ ਜਿਹੜੀ ਕੀਸਟੋਨ ਪਾਈਪਲਾਈਨ ਦੀ ਗੱਲਬਾਤ ਵੀ ਕੀਤੀ ਸੀ, ਫਿਰ ਇਮੀਗ੍ਰੇਸ਼ਨ ਨੀਤੀਆਂ ਬਾਰੇ ਖਾਸ ਤੌਰ 'ਤੇ ਚਰਚਾ ਆ ਕਿ ਉਹਨਾਂ ਨੇ ਆਪਣੇ ਆਫਿਸ ਦੇ ਵਿੱਚ ਆਉਂਦੇ ਹੀ ਜਿਹੜਾ ਕੱਲ੍ਹ ਨੂੰ ਪਹਿਲੇ ਇੱਕ ਦੋ ਕੰਮ ਕਰਨੇ ਆ, ਉਹਨਾਂ ਕੰਮਾਂ ਦੇ ਵਿੱਚ ਜਿਹੜੇ ਬਿੱਲ ਲੈ ਕੇ ਆਉਣੇ ਆ, ਇਮੀਗ੍ਰੇਸ਼ਨ ਦੀਆਂ ਨੀਤੀਆਂ ਸੰਬੰਧੀ ਬਿੱਲ ਆ। ਇਮੀਗ੍ਰੇਸ਼ਨ ਨੀਤੀਆਂ ਸੰਬੰਧੀ ਇੱਕ ਖਾਸ ਗੱਲ ਜਿਹੜੀ ਚਰਚਾ ਦੇ ਵਿੱਚ ਆ, ਆਪਾਂ ਅੱਜ ਦੇ ਮਹਿਮਾਨਾਂ ਨਾਲ ਵੀ ਕਰਾਂਗੇ, ਉਹ ਇਹ ਆ ਕਿ ਇਹ ਬਿੱਲ ਜਿਹੜੇ ਆ, ਇਹ ਬਿੱਲ ਜੇਕਰ ਪਾਸ ਹੋ ਜਾਂਦਾ, ਇਹਦੇ ਨਾਲ 11 ਮਿਲੀਅਨ ਦੇ ਕਰੀਬ ਅਨਡਾਕੂਮੈਂਟਡ ਲੋਕ ਰਹਿੰਦੇ ਅਮਰੀਕਾ ਦੇ ਵਿੱਚ, ਜਾਣੀ ਕਿ ਕੱਚੇ ਆ, ਗੈਰ ਕਾਨੂੰਨੀ ਸ਼ਬਦ ਉਹਨਾਂ ਦੇ ਨਹੀਂ ਲਈ ਵਰਤਿਆ ਜਾਂਦਾ, ਉਹਨਾਂ ਨੂੰ ਅਨਡਾਕੂਮੈਂਟਡ ਕਹਿੰਦੇ, ਵੀ ਕਾਗਜ਼ ਪੱਤਰ ਉਹਨਾਂ ਕੋਲ ਹੈ ਨਹੀਂ ਗੇ। ਉਹਨਾਂ ਨੂੰ ਫਾਇਦਾ ਹੋ ਸਕਦਾ। ਉਹਨਾਂ ਲਈ ਦੋ ਤਿੰਨ ਸਕੀਮਾਂ ਉਹਨਾਂ ਨੇ ਕੱਢੀਆਂ ਵੀ ਇਹਨਾਂ ਨੂੰ 7-8 ਸਾਲਾਂ ਦੇ ਵਿੱਚ ਪੱਕੇ ਕੀਤਾ ਜਾ ਸਕਦਾ। 5 ਸਾਲਾਂ 'ਚ ਪੱਕੇ ਹੋ ਸਕਦੇ ਆ, ਉਸ ਤੋਂ ਬਾਅਦ 3 ਸਾਲਾਂ ਦੇ ਵਿੱਚ ਸਿਟੀਜ਼ਨਸ਼ਿਪ ਲੈ ਸਕਦੇ ਆ। ਉਹਦੇ ਲਈ ਕੁਦਰਤੀ ਆ ਕ੍ਰਿਮੀਨਲ ਚੈੱਕ, ਜਿਹੜਾ ਤੁਹਾਡਾ ਰੈਕਡ ਜਿਹੜਾ ਉਹ ਠੀਕ ਠਾਕ ਹੋਣਾ ਚਾਹੀਦਾ। ਟੈਕਸ ਦੀਆਂ ਕੁਛ ਸ਼ਰਤਾਂ ਨੇ, ਕੁਛ ਫੀਸਾਂ ਨੇ, ਉਹ ਸਾਰੀਆਂ ਜੇਕਰ ਤੁਸੀਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਪੱਕੇ ਹੋ ਸਕਦੇ ਹੋ, ਬਸ਼ਰਤੇ ਇਹ ਬਿੱਲ ਜਿਹੜਾ ਜੋ ਬਾਈਡਨ ਲਿਆ ਰਿਹਾ ਉਹ ਪਾਸ ਹੋ ਜਾਊਗਾ। ਇਹ ਤੋਂ ਬਾਅਦ ਇੱਕ ਹੋਰ ਵੱਡੀ ਤਬਦੀਲੀ ਆ ਕਿ ਆਪਾਂ ਜਾਣਦੇ ਹਾਂ ਰਾਸ਼ਟਰਪਤੀ ਟਰੰਪ ਇਮੀਗ੍ਰੇਸ਼ਨ ਦੇ ਬਹੁਤੇ ਹੱਕ 'ਚ ਨਹੀਂ ਸੀ, ਜਾਂ ਇੱਦਾਂ ਕਹਿ ਲਓ ਬਹੁਤਾ ਨਹੀਂ ਸੀ ਚਾਹੁੰਦੇ, ਬਹੁਤਾ ਉਹਨਾਂ ਨੇ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕੀਤਾ ਕਿ ਇਮੀਗਰੈਂਟ ਇੱਥੇ ਆਉਣ। ਹੁਣ ਜੋ ਬਾਈਡਨ ਕਹਿ ਰਿਹਾ ਕਿ ਜੇ ਇਹ ਬਿੱਲ ਮੈਂ ਲੈ ਕੇ ਆਊਂਗਾ ਤਾਂ ਇਹਦੇ ਨਾਲ ਬਹੁਤ ਸਾਰੇ ਵੀਜ਼ੇ ਜ਼ਿਆਦਾ ਮਿਲਣਗੇ, ਅਮਰੀਕਾ ਜ਼ਿਆਦਾ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਸੱਦੂਗਾ। ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਲੋਕ ਵੀ ਗ੍ਰੀਨ ਕਾਰਡ ਉਡੀਕ ਰਹੇ ਆ, ਉਹਨਾਂ ਦੀ ਵੇਟ ਦੇ ਵਿੱਚ ਵੀ ਸਮਾਂ ਘੱਟ ਸਕਦਾ, ਅਤੇ ਖਾਸ ਕਰ ਜਿਹੜੀਆਂ ਫੈਮਿਲੀ ਰੀਯੂਨੀਅਨ ਆ ਉਹ ਹੋ ਸਕਦੀ ਆ, ਜਿਨ੍ਹਾਂ ਦੇ ਘਰ ਦੇ ਪਿੱਛੇ ਬੈਠੇ ਉਡੀਕ ਰਿਹਾ ਆਪਣੀ ਵਾਰੀ ਦੀ, ਉਹ ਪ੍ਰੋਸੈਸ ਵੀ ਜਿਹੜਾ ਤੇਜ਼ ਹੋ ਸਕਦਾ। ਅੱਜ ਬੜਾ ਇੱਕ ਵਧੀਆ ਮਾਹੌਲ ਸੀ, ਡਰ ਸੀਗਾ ਇੱਕ ਮਨ ਦੇ ਵਿੱਚ, ਸਰਕਾਰ ਦੇ ਵੀ, ਪ੍ਰਸ਼ਾਸਨ ਦੇ ਵੀ, ਜਿਹੜੀਆਂ FBI ਆ ਉਹਦੇ ਵੀ, ਕਿ ਕੁਛ ਵੀ ਹੋ ਸਕਦਾ, ਪਰ ਕੁਛ ਵੀ ਇੱਦਾਂ ਦਾ ਨਹੀਂ ਵਾਪਰਿਆ। ਸਾਰਾ ਕੁਛ ਠੀਕ ਠਾਕ ਸਿਰੇ ਚੜ੍ਹ ਗਿਆ। ਕੈਪੀਟਲ ਹਿੱਲ ਦੇ ਵਿੱਚ ਜੋ ਕੁਛ ਘਟਨਾਵਾਂ ਵਾਪਰੀਆਂ ਸੀ ਪਹਿਲਾਂ, ਉਹਦੇ ਤੋਂ ਡਰ ਲੱਗਦਾ ਸੀ। ਇਸ ਕਰਕੇ ਜਿੰਨੇ ਜਿਹੜੇ ਨੈਸ਼ਨਲ ਗਾਰਡ ਹੈਗੇ ਆ, ਉਹ ਜਿਹੜੇ ਤਾਇਨਾਤ ਕੀਤੇ ਗਏ ਸੀ ਵਾਸ਼ਿੰਗਟਨ ਦੇ ਵਿੱਚ, ਉਹ ਸਾਰਾ ਕੁਛ ਠੀਕ ਠਾਕ ਸਿਰੇ ਚੜ੍ਹ ਗਿਆ। ਦੂਜੀ ਗੱਲ, ਕਮਾਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ, ਕਿਤੇ ਨਾ ਕਿਤੇ ਉਹਨਾਂ ਦਾ ਸੰਬੰਧ ਭਾਰਤ ਨਾਲ ਜੁੜਦਾ, ਇੱਕ ਉਸ ਰੰਗ ਦੀ ਔਰ ਔਰਤ ਪਹਿਲੀ ਵਾਰ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦੇ ਵਿੱਚ ਬਣਦੀ ਆ। ਬਹੁਤ ਵੱਡਾ ਇਤਿਹਾਸ ਆਪਣੇ ਆਪ ਦੇ ਵਿੱਚ ਸਿਰਜਿਆ ਗਿਆ। ਅੱਜ ਕਈ ਗੱਲਾਂ ਵਾਪਰ ਰਹੀਆਂ ਨੇ, ਅੱਜ ਬਹੁਤ ਕੁਛ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਛ ਹੋਣਾ ਆ। ਕੈਨੇਡਾ ਦੇ ਨਾਲ ਸਾਡੇ ਸੰਬੰਧ ਬੜੇ ਸਪਸ਼ਟ ਨੇ ਉਹਨਾਂ ਦੇ, ਪਰ ਕਿਤੇ ਨਾ ਕਿਤੇ ਜਿਹੜੀ ਕੀਸਟੋਨ ਪਾਈਪਲਾਈਨ ਆ, KXL ਆ, ਜਿਹੜੀ ਐਡਮਿੰਟਨ ਦੇ ਅਲਬਰਟਾ ਦੇ ਵਿੱਚ, ਐਡਮਿੰਟਨ ਤੋਂ 200 ਕਿਲੋਮੀਟਰ ਦੂਰ ਹਰਟ ਸਿਟੀ ਸ਼ਹਿਰ ਤੋਂ ਸ਼ੁਰੂ ਹੋ ਕੇ ਸਟੀਲ ਸਿਟੀ ਤੱਕ ਜਾਂਦੀ ਆ ਅਮਰੀਕਾ ਦੇ ਵਿੱਚ, ਨਬਰਾਸਕਾ ਦੇ ਵਿੱਚ, ਉੱਥੇ ਤੱਕ ਉਹ ਪਾਈਪਲਾਈਨ ਦੀ ਐਕਸਪੈਂਸ਼ਨ ਹੋਣੀ ਸੀ। ਉਹਦੇ ਉੱਤੇ ਜਿਹੜੇ ਸਾਡੇ ਪਹਿਲੇ ਰਾਸ਼ਟਰਪਤੀ ਆ ਡੋਨਲਡ ਟਰੰਪ, ਉਹਨਾਂ ਨੇ ਕਿਹਾ ਸੀ ਵੀ ਇਹਨੂੰ ਬਣਨ ਦਿਓ। ਜੋ ਬਾਈਡਨ ਕਹਿੰਦੇ ਆ ਕਿ ਇਹਨੂੰ ਅਸੀਂ ਨਹੀਂ ਬਣਨ ਦੇਵਾਂਗੇ, ਇਹਨੂੰ ਬੰਦ ਕਰ ਦਿਆਂਗੇ, ਇਹਦਾ ਪਰਮਿਟ ਕੈਂਸਲ ਕਰ ਦਿਆਂਗੇ। ਸੋ ਕਈ ਤਬਦੀਲੀਆਂ ਆ ਜਿਹੜੀਆਂ ਇਸ ਸਮੇਂ ਦੇ ਵਿੱਚ ਵਾਪਰ ਰਹੀਆਂ। ਹੁਣ ਜਦੋਂ ਅਸੀਂ ਅਮਰੀਕਾ ਦੀ ਅੱਜ ਗੱਲਬਾਤ ਕਰਨੀ ਆ ਕਿ ਇਸ ਸਮੇਂ ਦੇ ਵਿੱਚ ਤਬਦੀਲੀ ਕੀ ਹੋਊਗੀ, ਕੀ ਇਹੋ ਜਿਹਾ ਵਾਪਰੂਗਾ ਜਿਹੜਾ ਪਹਿਲੇ ਸਮੇਂ ਦੇ ਵਿੱਚ ਨਹੀਂ ਵਾਪਰਿਆ, ਉਹਦੇ ਵਿੱਚ ਦੋ ਚਾਰ ਗੱਲਾਂ ਸਪਸ਼ਟ ਨੇ ਕਿ ਇਸ ਵੇਲੇ ਸਭ ਤੋਂ ਵੱਡੇ ਮਸਲੇ ਕਿਹੜੇ ਅਮਰੀਕਾ ਦੇ ਸਾਹਮਣੇ। ਸਭ ਤੋਂ ਵੱਡਾ ਜਿਹੜਾ ਟੌਪ ਪ੍ਰਾਇਓਰਿਟੀ ਇਸ ਵੇਲੇ ਕੋਵਿਡ ਆ। ਇੱਕ ਦਿਨ ਦੇ ਵਿੱਚ 3000, ਇੱਕ ਦਿਨ ਦੇ ਵਿੱਚ 4000 ਮੌਤਾਂ ਹੋਣੀਆਂ ਲਗਾਤਾਰ ਹੋ ਰਹੀਆਂ। ਪੰਜਾਬ ਦੇ ਵਿੱਚ ਛੋਟੇ ਮੋਟੇ ਪਿੰਡ ਦੀ ਵਸੋਂ 1500 ਹੁੰਦੀ ਹੈ, ਵੱਡੇ ਪਿੰਡ ਦੀ ਵਸੋਂ ਜਿਹੜੀ ਆ 3-4000 ਹੁੰਦੀ ਆ। ਰੋਜ਼ ਇੱਕ ਪਿੰਡ ਮਰ ਰਿਹਾ, ਉਜੜ ਜਾਂਦਾ। ਕਿਤੇ ਜਹਾਜ਼ ਡਿੱਗ ਜੇ, 50 ਬੰਦੇ ਮਾਰੇ ਜਾਣ, ਦੁਨੀਆ ਦੇ ਵਿੱਚ ਹਾਹਾਕਾਰ ਮਚ ਜਾਂਦੀ ਆ। ਪਰ ਸਮਾਂ ਐਸਾ ਆਇਆ ਕਿ ਜਿਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੀ ਆਹ ਹਾਲ ਆ। ਪਰ ਅਮਰੀਕਾ, ਕਿਉਂਕਿ ਸਭ ਤੋਂ ਵੱਧ ਇਹਦੀ ਜਨਸੰਖਿਆ, ਇੱਥੇ ਵਸੋਂ ਵੀ ਬਹੁਤ ਆ, ਚੀਨ ਤੋਂ ਬਾਅਦ, ਭਾਰਤ ਤੋਂ ਬਾਅਦ ਤੀਜੇ ਨੰਬਰ ਦੇ ਉੱਤੇ ਵਸੋਂ ਤੋਂ ਆਉਂਦਾ, ਅਤੇ ਇਹਦੀ ਕੋਵਿਡ ਨੇ ਬੁਰਾ ਹਾਲ ਕਰ ਦਿੱਤਾ, ਸਾਰਾ ਕੁਛ ਹਿਲਾ ਕੇ ਰੱਖ ਦਿੱਤਾ। ਇਹ ਇਲਜ਼ਾਮ ਰਾਸ਼ਟਰਪਤੀ ਟਰੰਪ 'ਤੇ ਲੱਗਦੇ ਰਹੇ ਵੀ ਇਹਨਾਂ ਨੇ ਐਵੇਂ ਮਜ਼ਾਕ 'ਚ ਹੀ ਲਿਆ ਇਹਨੂੰ, ਵੀ ਇਹ ਤਾਂ ਚੀਜ਼ ਚਾਈਨਾ ਵਾਇਰਸ ਆ, ਫਲਾਣਾ ਆ, ਇਹਨੂੰ ਸੀਰੀਅਸਲੀ ਲਿਆ ਹੀ ਨਹੀਂ, ਵੀ ਮਾਸਕ ਵੀ ਨਹੀਂ ਪਾਉਣਾ, ਜਾਂ ਵੀ ਇਹ ਜਿਹੜੇ ਆ ਜੋ ਬਾਈਡਨ ਹੁਣ ਇਹਦੇ ਲਈ ਕੁਛ ਕਰਨਗੇ। ਕੀ ਕਰ ਸਕਦੇ ਆ?
ਟੌਪ ਪ੍ਰਾਇਓਰਿਟੀ ਤਾਂ ਉਹਨਾਂ ਦੀ ਹੈ। ਵੈਕਸੀਨ ਕੈਨੇਡਾ ਨੂੰ ਆਉਣੀ ਸੀ ਸਾਡੇ, ਉਹ ਵੀ ਰੋਕਤੀ। ਉਹ ਕਹਿੰਦੇ ਵੀ ਪਹਿਲਾਂ ਸਾਨੂੰ ਚਾਹੀਦੀ ਹੈ, ਸਾਡੀ ਪੂਰੀ ਕਰੋ, ਫਿਰ ਕਿਸੇ ਨੂੰ ਅਸੀਂ ਦੇਵਾਂਗੇ। ਉਹ ਵੀ ਗੱਲ ਅੱਧ ਵਿਚਾਲੇ ਚੱਲਦੀ ਆ। ਪਰ ਇਹਦੇ ਤੇ ਇਹ ਉਹਨਾਂ ਦੀ ਇੱਕ ਪ੍ਰਾਇਓਰਿਟੀ ਆ। ਜਨਵਰੀ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਨੇ ਕਿਹਾ ਸੀ ਵੀ ਕਿ ਤੁਸੀਂ ਇਵੈਕਸ਼ਨ ਜਿਹੜੇ ਘਰ ਨਹੀਂ ਖਾਲੀ ਕਰ ਸਕਦੇ, ਜੇ ਕਿਸੇ ਦੇ ਕੋਲੇ ਕਿਸ਼ਤਾਂ ਟੁੱਟ ਗਈਆਂ, ਉਹਦੇ ਕੋਲੋਂ ਪੇਮੈਂਟਾਂ ਨਹੀਂ ਦਿੱਤੀਆਂ ਜਾ ਰਹੀਆਂ, ਤਾਂ ਤੁਸੀਂ ਉਹਨੂੰ ਘਰ ਖਾਲੀ ਕਰਨ ਲਈ ਬੈਂਕਾਂ ਮੁੱਕਾ ਨਹੀਂ ਕਹਿ ਸਕਦੀਆਂ। ਉਹ ਜਨਵਰੀ ਦੇ ਵਿੱਚ ਮੁੱਕ ਜਾਣੀਆਂ ਡੈਡਲਾਈਨ ਜਿਹੜੀ। ਉਹਦੇ ਤੋਂ ਬਾਅਦ ਕੀ ਬਣਨਾ? ਲੱਖਾਂ ਕਰੋੜਾਂ ਲੋਕ ਕਹਿੰਦੇ ਘਰ ਛੱਡ ਦੇਣਗੇ। ਇਹ ਇਕੋਨਮੀ ਸਭ ਤੋਂ ਵੱਡਾ ਇਸ ਵੇਲੇ ਉਹਨਾਂ ਦੇ ਸਾਹਮਣੇ ਮਸਲਾ ਆ, ਕਿੱਦਾਂ ਮਾਰਕੀਟ ਖੋਲ੍ਹਣੀ ਹੈ ਔਰ ਕਿਸ ਤਰ੍ਹਾਂ ਜਿਹੜਾ ਬਚਣਾ ਹੈ। ਇਮੀਗ੍ਰੇਸ਼ਨ ਇੱਕ ਹੋਰ ਬਹੁਤ ਵੱਡਾ ਮਸਲਾ ਆ। ਲਾਅ ਐਂਡ ਆਰਡਰ ਜਿਹੜਾ ਉਹ ਹੋਰ ਬਹੁਤ ਵੱਡਾ ਮਸਲਾ ਆ। ਔਰ ਇਹ ਨਵੀਂ ਗੱਲ ਨਹੀਂ ਹੈ। ਅਮਰੀਕਾ ਦੇ ਵਿੱਚ ਜਦੋਂ ਰਾਸ਼ਟਰਪਤੀ ਟਰੰਪ ਚੁਣੇ ਗਏ ਸੀ 4 ਸਾਲ ਪਹਿਲਾਂ, ਉਸ ਵੇਲੇ ਵੀ ਇੱਦਾਂ ਵਿਰੋਧ ਪ੍ਰਦਰਸ਼ਨ ਹੋਏ ਸੀ ਵੀ ਇਹ ਟਰੰਪ ਨਹੀਂ ਜਿੱਤਣੇ ਚਾਹੀਦੇ। ਹੁਣ ਜਦੋਂ ਟਰੰਪ ਹਾਰ ਗਏ ਤਾਂ ਫਿਰ ਵੀ ਪ੍ਰਦਰਸ਼ਨ ਹੋਏ ਆ ਵੀ ਇਹ ਜੋ ਬਾਈਡਨ ਨਹੀਂ ਜਿੱਤਣੇ ਚਾਹੀਦੇ। ਸੋ ਇੱਕ ਕਲਚਰ ਵੀ ਆ। ਪਰ ਅਮਰੀਕਾ, ਕਿਉਂਕਿ ਇਹਦਾ ਸਬੰਧ ਸਿਰਫ ਅਮਰੀਕਾ ਦੇ ਨਾਲ ਹੀ ਨਹੀਂ ਆ, ਅਮਰੀਕਾ ਵਾਸੀਆਂ ਦੇ ਨਾਲ ਹੀ ਨਹੀਂ ਆ, ਅਤੇ ਨਾ ਹੀ ਇਹਦਾ ਸਬੰਧ ਸਿਰਫ ਗੁਆਂਢੀ ਮੁਲਕਾਂ ਨਾਲ ਆ ਵੀ ਕੈਨੇਡਾ ਮੈਕਸੀਕੋ 'ਤੇ ਅਸਰ ਹੋਣਾ। ਇਹਦਾ ਸਬੰਧ ਪੂਰੀ ਦੁਨੀਆ ਦੇ ਨਾਲ ਆ। ਹੁਣ ਜਦੋਂ ਟਰੰਪ ਦੇ ਰਾਜ ਵੇਲੇ ਇੱਕ ਵੱਖਰੀ ਤਰ੍ਹਾਂ ਦੀ ਗੱਲ ਸੀ, ਕਿਉਂਕਿ ਦੁਨੀਆ ਦੀ ਪਾਵਰ ਸ਼ਿਫਟ ਹੁੰਦੀ ਆ ਪੂਰੇ ਗਲੋਬ ਦੇ ਵਿੱਚ। ਇਸ ਵੇਲੇ ਸਾਰੀ ਦੀ ਸਾਰੀ ਪਾਵਰ ਇਸ ਵੇਲੇ ਇੱਦਾਂ ਲੱਗ ਰਿਹਾ, ਕਿਸੇ ਵੇਲੇ ਦੁਨੀਆ ਜਾਂ ਥੋੜ੍ਹਾ ਚਿਰ ਪਹਿਲਾਂ ਦੁਨੀਆ ਨੂੰ ਇੱਦਾਂ ਲੱਗਦਾ ਸੀ ਕਿ ਜਿਹੜੇ ਪੂਰਬ ਵਾਲੇ ਦੇਸ਼ ਆ, ਇੰਡੀਆ, ਇੱਦਾਂ ਦੇ ਜਿਹੜੇ ਦੇਸ਼ ਆ, ਇਹਨਾਂ ਦਾ ਕੋਈ ਵੇਲਾ ਨਹੀਂ ਹੈ, ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਹੁਣ ਪੱਛਮ ਦਾ ਜ਼ਮਾਨਾ ਆ। ਪਾਵਰ ਜਿਹੜੀ ਸਾਰੀ ਅਮਰੀਕਾ ਦੇ ਵਿੱਚ ਇੱਧਰਲੇ ਪਾਸੇ ਆਈ ਪਈ ਸੀ, ਦੁਨੀਆ ਇੱਧਰ ਨੂੰ ਚੱਲ ਰਹੀ ਸੀ ਕਿ ਇੱਥੇ ਸਾਰਾ ਕੁਝ ਹੈਗਾ ਆ। ਹੌਲੀ ਹੌਲੀ ਸਮਾਂ ਬਦਲਿਆ, ਪਾਵਰ ਜਿਹੜੀ ਆ ਫਿਰ ਉੱਧਰ ਨੂੰ ਸ਼ਿਫਟ ਹੋਣੀ ਸ਼ੁਰੂ ਹੋਈ। ਚੀਨ ਸਾਰੇ ਕੁਝ ਨੂੰ ਕੰਟਰੋਲ ਕਰਕੇ ਬਹਿ ਗਿਆ। ਚਾਹੇ ਤੁਸੀਂ PPE ਕਿੱਟਾਂ ਮੰਗਾਉਣੀਆਂ, ਚਾਹੇ ਕੁਛ ਮੰਗਾਉਣਾ, ਤੁਹਾਨੂੰ ਡਿਪੈਂਡੈਂਟ ਸੁਰਤੀ ਲੋਕਾਂ ਨੂੰ ਉਦੋਂ ਆਈ ਵੀ ਸਾਰਾ ਕੁਝ ਤਾਂ ਚੀਨ ਤੋਂ ਆਉਂਦਾ। ਚੀਨ ਤੋਂ ਬਿਨਾਂ ਗੁਜ਼ਾਰਾ ਹੀ ਕਿਸੇ ਦਾ ਨਹੀਂ। ਤੁਸੀਂ ਇੱਥੇ ਸਰਵਾਈਵ ਹੀ ਨਹੀਂ ਕਰ ਸਕਦੇ। ਜਿੰਨੀ ਉੱਥੇ ਸਸਤੀ ਲੇਬਰ ਆ, ਜਿਸ ਤਰੀਕੇ ਦੇ ਨਾਲ ਸੌਖੇ ਉਹਨਾਂ ਦੇ ਲੇਬਰ ਲਾ ਆ, ਉਹਦੇ ਹਿਸਾਬ ਨਾਲ ਦਿਨ ਰਾਤ ਕੰਮ ਕਰਾਈ ਜਾਂਦੇ ਆ। ਜਿਹੜਾ ਆਈਫੋਨ ਤੁਹਾਨੂੰ $1000 ਦਾ ਮਿਲਦਾ, ਉਹ ਚੀਨ ਤੋਂ ਬਣ ਕੇ ਆਉਂਦਾ ਤਾਂ $1000 ਦਾ ਮਿਲਦਾ। ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਬਣਾਉਣਾ ਹੋਵੇ ਉਹ $3000 ਦਾ ਮਿਲੇ, $4000 ਦਾ ਮਿਲੇ, ਅਫੋਰਡ ਹੀ ਨਹੀਂ ਕਰ ਸਕਦੇ। ਪਾਵਰ ਉੱਧਰਲੇ ਪਾਸੇ ਸ਼ਿਫਟ ਹੋ ਗਈ। ਸੋ ਦੋ ਦੁਨੀਆ ਦੀਆਂ ਵੱਡੀਆਂ ਤਾਕਤਾਂ, ਇੱਕ ਪਾਸੇ ਚੀਨ, ਇੱਕ ਪਾਸੇ ਅਮਰੀਕਾ। ਜੋ ਬਾਈਡਨ ਹੁਣ ਕੀ ਕਰਦੇ ਆ, ਕੀ ਇਹੋ ਜਿਹਾ ਜਾਦੂ ਕਰਦੇ ਆ ਕਿ ਅਮਰੀਕਾ ਮੁੜ ਕੇ ਖੜਾ ਹੋ ਜਾਂਦਾ ਅਤੇ ਸਾਰੇ ਦਾ ਸਾਰਾ ਵੈਸਟ ਮੁੜ ਕੇ ਖੜਾ ਹੋ ਜਾਂਦਾ? ਕੀ ਇੱਦਾਂ ਦਾ ਕੁਝ ਹੋ ਸਕਦਾ? ਇਹ ਵੀ ਜੋ ਬਾਈਡਨ ਦੇ ਉੱਤੇ ਜਿਹੜੇ ਅੰਤਰਰਾਸ਼ਟਰੀ ਮਸਲੇ ਆ, ਉਹਨਾਂ ਦੇ ਉੱਤੇ ਵੀ ਬਹੁਤ ਡਿਪੈਂਡ ਕਰਦੇ ਆ। ਸਾਡਾ ਸੰਬੰਧ ਭਾਰਤ ਦੇ ਨਾਲ ਆ, ਅਸੀਂ ਭਾਰਤ ਤੋਂ ਆਏ ਹਾਂ। ਕਮਾਲਾ ਹੈਰਿਸ ਦਾ ਸੰਬੰਧ ਵੀ ਕਿਤੇ ਨਾ ਕਿਤੇ ਭਾਰਤ ਦੇ ਨਾਲ ਜੁੜਦਾ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡੀ ਜਨਸੰਖਿਆ ਵਾਲਾ ਦੇਸ਼ ਆ, ਅਮਰੀਕਾ ਤੀਜੇ ਨੰਬਰ 'ਤੇ ਆ। ਭਾਰਤ ਅਮਰੀਕਾ ਦੇ ਆਪਸ 'ਚ ਸੰਬੰਧ ਕਿਸ ਤਰ੍ਹਾਂ ਦੇ ਨੇ, ਇਹ ਵੀ ਇੱਕ ਗੱਲ ਬੜੀ ਦੇਖਣ ਵਾਲੀ ਹੋਊਗੀ। ਉਹਦਾ ਕਿਹਦੇ ਨਾਲ ਫਾਇਦਾ ਹੁੰਦਾ, ਕਿਹਦੇ ਨਾਲ ਕੀ ਹੁੰਦਾ। ਕਦੇ ਰੂਸ ਇੱਕ ਦੁਨੀਆ 'ਚ ਤਾਕਤ ਹੋਇਆ ਕਰਦਾ ਸੀ, ਅਮਰੀਕਾ ਦੂਜੇ ਸਿਰੇ 'ਤੇ ਹੁੰਦਾ ਸੀ। ਰੂਸ ਅਤੇ ਅਮਰੀਕਾ ਦੋ ਤਾਕਤ ਹੁੰਦੇ ਸੀ। ਭਾਰਤ ਦਾ ਪਾਸਾ ਕਦੇ ਰੂਸ ਵੱਲ ਰਿਹਾ ਜ਼ਿਆਦਾ, ਫਿਰ ਜਦੋਂ ਰੂਸ ਢਹਿ ਢੇਰੀ ਹੁੰਦਾ ਫਿਰ ਅਮਰੀਕਾ ਦੇ ਨਾਲ ਨੇੜਤਾ ਆਉਂਦੀ ਆ। ਹੁਣ ਚੀਨ ਦੇ ਨਾਲ ਨਹੀਂ ਬਣਦੀ ਸਾਡੀ ਉੱਥੇ ਭਾਰਤ ਦੀ, ਅਮਰੀਕਾ ਦੀ ਚੀਨ ਦੇ ਨਾਲ ਨਹੀਂ ਬਣਦੀ, ਭਾਰਤ ਦੀ ਅਮਰੀਕਾ ਦੇ ਨਾਲ ਕਿਸ ਤਰ੍ਹਾਂ ਬਣਦੀ ਹੈ। ਇਹ ਵੀ ਇੱਕ ਬਹੁਤ ਸਮਝਣ ਵਾਲੀ ਗੱਲ ਆ ਕਿ ਇਸ ਸਾਰੇ ਰੌਲੇ ਗੋਲੇ ਦੇ ਵਿੱਚ ਅੰਤਰਰਾਸ਼ਟਰੀ ਮਸਲੇ ਨੂੰ ਜੋ ਬਾਈਡਨ ਕਿੱਦਾਂ ਨਜਿੱਠਦੇ। ਇੱਕ ਹੋਰ ਵੱਡੀ ਗੱਲ, ਆਮ ਤੌਰ 'ਤੇ ਇਹ ਕਿਹਾ ਜਾਂਦਾ ਕਿ ਜਿਹੜੇ ਦਰਅਸਲ ਜੀ ਜਿਹੜੇ ਸੰਵਿਧਾਨ ਦੇ ਤਰੀਕੇ ਦੇ ਨਾਲ ਜੋ ਕੁਛ ਚੱਲਦਾ ਉੱਦਾਂ ਹੀ ਚੱਲਦਾ। ਇਹਨੂੰ ਤੁਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਜਿਹੜਾ ਰਾਸ਼ਟਰਪਤੀ ਆ ਜਾਵੇ ਉਹ ਰਾਸ਼ਟਰਪਤੀ ਬਹੁਤਾ ਕੁਛ ਉਹਦੇ ਹੱਥ ਵੱਸ ਨਹੀਂ ਹੁੰਦਾ। ਇੱਕ ਤੁਹਾਡੇ ਕੋਲ ਚੌਖਟਾ ਆ, ਇੱਕ ਫਰੇਮ ਆ, ਉਹਦੇ ਵਿੱਚ ਰਹਿ ਕੇ ਉਹਨੇ ਕੰਮ ਕਰਨਾ ਹੁੰਦਾ। ਚਾਹੇ ਉਹ ਡੋਨਲਡ ਟਰੰਪ ਹੋਵੇ ਜਾਂ ਜੋ ਬਾਈਡਨ ਹੋਵੇ, ਬਹੁਤਾ ਕੁਛ ਨਹੀਂ ਇੱਧਰ ਉੱਧਰ ਹੋ ਸਕਦਾ। ਪਰ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਬਹੁਤ ਕੁਛ ਇੱਧਰ ਉੱਧਰ ਵੀ ਹੋਇਆ। ਫਿਰ ਇੱਕ ਜਿਹੜੀ ਲਾਈਨ ਖਿੱਚਣ ਵਾਲੀ ਗੱਲ ਸੀ ਕਿ ਪੋਲਰਾਈਜੇਸ਼ਨ ਹੋ ਗਈ, ਕਿ ਵੀ ਗੱਲਬਾਤ ਆਈ ਕਿ ਇਹ ਦੇਖੋ ਜੀ ਆ ਫਲਾਣੇ ਰੰਗ ਵਾਲੇ ਇੱਧਰਲੇ ਪਾਸੇ ਆ, ਫਲਾਣੇ ਰੰਗ ਵਾਲੇ ਇੱਧੇ ਪਾਸੇ ਆ, ਕੋਈ ਖੱਬੇ ਪਾਸੇ ਆ, ਕੋਈ ਸੱਜੇ ਪਾਸੇ ਆ। ਅਤੇ ਉਸ ਵੇਲੇ ਨੂੰ ਉਹ ਲਾਈਨ ਨੂੰ ਹੁਣ ਕਿੱਦਾਂ ਮਿਟਾਉਂਦਾ। ਅੱਜ 2-4 ਗੱਲਾਂ ਆਪਾਂ ਸਾਡੇ ਮਹਿਮਾਨਾਂ ਨਾਲ ਹੁਣੇ ਕਰਦੇ ਹਾਂ। ਉਹਨਾਂ ਨੇ ਬਹੁਤ ਕਮਾਲ ਦੀਆਂ ਜਿਹੜੀਆਂ 7-8 ਨੁਕਤੇ ਆ ਜੋ ਬਾਈਡਨ ਦੀ ਸਪੀਚ ਦੇ ਵਿੱਚ ਉਹਨਾਂ ਨੇ ਦਿੱਤੇ। ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਗੱਲ ਇਹ ਸੀ, ਉਹ ਕਹਿੰਦੇ ਮੈਂ ਉਹਨਾਂ ਦਾ ਰਾਸ਼ਟਰਪਤੀ ਵੀ ਹਾਂ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ। ਸੋ ਰਾਸ਼ਟਰਪਤੀ ਦਾ ਮਤਲਬ ਸਾਰਿਆਂ ਦਾ ਰਾਸ਼ਟਰਪਤੀ ਆ। ਸੋ ਇਹ ਕੁਛ ਕੁ ਜਿਹੜੀਆਂ ਚੰਗੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਆ। ਅਤੇ ਇਸ ਵੇਲੇ ਇੱਕ ਵਾਰੀ ਫਿਰ ਦੁਨੀਆ ਅਮਰੀਕਾ ਵੱਲ ਦੇਖ ਰਹੀ ਹੈ ਕਿ ਇੱਕ ਵੱਡੀ ਤਾਕਤ ਇੱਕ ਸਟਰੋਂਗ ਹੋ ਕੇ ਕਿਸ ਤਰ੍ਹਾਂ ਸਾਹਮਣੇ ਆਉਂਦਾ। ਪਹਿਲਾਂ ਵੀ ਵੱਡੀ ਤਾਕਤ ਸਟਰੋਂਗ ਆ, ਪਰ ਹੋਰ ਆਪਣੇ ਮਸਲਿਆਂ ਨੂੰ ਕਿਸ ਤਰ੍ਹਾਂ ਨਜਿੱਠਦਾ। ਸਾਡੇ ਨਾਲ ਅਸੀਂ 2 ਮਹਿਮਾਨਾਂ ਨੂੰ ਅੱਜ ਬੇਨਤੀ ਕੀਤੀ ਹੈ। ਯਾਦਵਿੰਦਰ ਸਿੰਘ ਜੀ ਨਿਊਯਾਰਕ ਤੋਂ ਸਾਡੇ ਨਾਲ, ਅਤੇ ਪੌਲ ਢਿੱਲੋਂ ਜੀ ਸਰੀ ਤੋਂ ਸਾਡੇ ਇੱਥੋਂ ਦੇ ਲੋਕਲ ਪ੍ਰਸਿੱਧ ਪੱਤਰਕਾਰ ਨੇ।
ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਯਾਦਵਿੰਦਰ ਸਿੰਘ ਜੀ ਤੇ ਪੌਲ ਢਿੱਲੋਂ ਜੀ, ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਯਾਦਵਿੰਦਰ ਸਿੰਘ ਜੀ, ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਹਾਡੇ ਅੱਜ ਅਮਰੀਕਾ ਦੇ ਵਿੱਚ ਨਵੇਂ ਰਾਸ਼ਟਰਪਤੀ ਨੇ ਸਹੁੰ ਚੁੱਕੀ ਆ, ਸੱਤਾ ਜਿਹੜੀ ਤਬਦੀਲ ਹੋਈ ਹੈ, ਔਰ ਇਸ ਆਸ ਦੇ ਨਾਲ ਕਿ ਸਾਰਾ ਕੁਝ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਹੋਏਗਾ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ। ਥੈਂਕ ਯੂ ਜੀ, ਧੰਨਵਾਦ ਬਹੁਤ ਬਹੁਤ। ਤੇ ਮੈਂ ਸਮਝਦਾ ਕਿ ਜਿੱਥੇ ਅਮਰੀਕਾ ਨੂੰ ਇਸ ਗੱਲ ਦੀਆਂ ਵਧਾਈਆਂ ਨੇ ਕਿ ਇੱਥੇ ਥੋੜੀ ਬਹੁਤੀ ਜਿਹੜੀ ਸਥਿਰਤਾ ਆਉਣ ਦੀ ਉਮੀਦ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਇੱਥੇ ਦਾ ਸਿਸਟਮ ਆ ਉਹਦੇ ਪਾਰਟ ਨੇ। ਉਹ ਪਹਿਲਾਂ ਸੈਨੇਟਰ ਰਹੇ ਨੇ, ਫਿਰ ਵਾਈਸ ਪ੍ਰੈਜ਼ੀਡੈਂਟ ਰਹੇ ਨੇ, ਹੁਣ ਪ੍ਰੈਜ਼ੀਡੈਂਟ ਨੇ। ਉੱਥੇ ਮੈਂ ਸਮਝਦਾ ਕਿ ਜਿਹੜੀ ਕੈਨੇਡਾ ਆ ਉਹਦੇ ਵਾਸਤੇ ਵੀ ਇੱਕ ਬਹੁਤ ਚੰਗੀ ਗੱਲ, ਵਧਾਈ ਵਾਲੀ ਗੱਲ ਆ, ਕਿਉਂਕਿ ਅਮਰੀਕਾ ਦੀ ਜਿਹੜੀ ਫਸਟ ਪ੍ਰਾਇੋਰਟੀ ਆ ਉਹ ਕੈਨੇਡਾ ਆ। ਜਿਵੇਂ ਕਿ ਅੱਜ ਜਿਹੜੇ ਮਿਸਟਰ ਜੋ ਬਾਈਡਨ ਦੇ ਜਿਹੜੇ ਪ੍ਰੈਸ ਸੈਕਟਰੀ ਨੇ, ਉਹਨਾਂ ਨੇ ਜਿਹੜੀ ਸਭ ਤੋਂ ਪਹਿਲੀ ਗੱਲ ਇਹੀ ਕੀਤੀ ਆ ਕਿ ਜਿਹੜੇ ਮਿਸਟਰ ਬਾਈਡਨ ਨੇ ਉਹ ਪਹਿਲੀ ਕਾਲ ਜਿਹੜੀ ਹੈਗੀ ਆ ਉਹ ਜਸਟਿਨ ਟਰੂਡੋ ਨੂੰ ਕਰਨਗੇ ਜਦੋਂ ਵੀ ਉਹ ਕਿਸੇ ਵੀ ਫੋਰਨ ਕੰਟਰੀ ਦੇ ਕਿਸੇ ਜਿਹੜੇ ਲੀਡਰ ਨੇ ਉਹਨੂੰ ਕਾਲ ਕਰਨੀ ਹੈ। ਸੋ ਮੇਰਾ ਖਿਆਲ 'ਚ ਜਿਹੜਾ ਜੋ ਬਾਈਡਨ ਦੇ ਏਜੰਡੇ ਉੱਤੇ ਕੈਨੇਡਾ ਜਿਹੜਾ ਇਟਸ ਨੰਬਰ 1 ਕੰਟਰੀ, ਕਿਉਂਕਿ ਇੱਕ ਗੁਆਂਢੀ ਦੇਸ਼ ਆ। ਔਰ ਉਹਦੇ ਇਸ ਗੱਲ ਦਾ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਹੋਇਆ ਕਿ ਅਮਰੀਕਾ ਕੈਨੇਡਾ ਕੋਈ ਵੱਖਰੇ ਵੱਖਰੇ ਕੰਟਰੀ ਨੇ, ਕਿਉਂਕਿ ਕੋਈ ਲੱਗਦਾ ਹੀ ਨਹੀਂ ਸੀਗਾ। ਪਰ ਕਿਉਂਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਫਰਕ ਪਿਆ ਆ ਮਿਸਟਰ ਟਰੰਪ ਕਰਕੇ, ਉਹਨਾਂ ਦੀ ਜਿਹੜੀ ਨੀਤੀਆਂ ਕਰਕੇ, ਔਰ ਉਹਦੇ ਨਾਲ ਜਿਹੜੇ ਵਖਰੇਵੇਂ ਹੋਏ ਨੇ, ਬਾਰਡਰ ਕਲੋਜ਼ ਹੋਏ ਨੇ, ਬਹੁਤ ਕੁਝ ਹੋਇਆ। ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਆ ਇਹਦੇ ਤੋਂ ਜਿਹੜੀ ਕੈਨੇਡਾ ਦੀ ਔਰ ਅਮਰੀਕਾ ਦੀ ਜਿਹੜੀ ਜਨਤਾ ਆ ਉਹਨਾਂ ਨੂੰ ਰਾਹਤ ਮਿਲੇਗੀ। ਬਾਕੀ ਜਿਹੜੇ ਏਜੰਡਾਜ਼ ਆ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ ਥੋੜੀ ਜੀ। ਮੈਂ ਜਸਟ ਤੁਹਾਨੂੰ ਇਹ ਦੱਸ ਦਿਆਂ ਕਿ ਜਿਵੇਂ ਅੱਜ ਸਹੁੰ ਚੁੱਕਣ ਤੋਂ ਬਾਅਦ ਮਿਸਟਰ ਬਾਈਡਨ ਨੇ 2 ਜਿਹੜੇ ਐਗਜ਼ੀਕਿਊਟਿਵ ਆਰਡਰ ਨੇ ਉਹ ਆਲਰੇਡੀ ਸਾਈਨ ਕਰ ਦਿੱਤੇ ਨੇ। ਇੱਕ ਤਾਂ ਇਹ ਕਿ ਜਿਹੜਾ ਪੈਰਿਸ ਅਕੋਰਡ ਸੀਗਾ, ਜਿਹਦੇ ਵਿੱਚੋਂ ਐਨਵਾਇਰਨਮੈਂਟ ਦੇ ਬੇਸ ਤੇ, ਵਾਤਾਵਰਨ ਦੇ ਬੇਸ ਤੇ, ਜਿਹਦਾ ਅਮਰੀਕਾ ਸਿਗਨੇਟਰੀ ਸੀਗਾ, ਕੱਲਾ ਸਿਗਨੇਟਰੀ ਨਹੀਂ ਸੀਗਾ, ਅਮਰੀਕਾ ਨੇ ਇਨੀਸ਼ੀਏਟਿਵ ਲੈ ਕੇ ਉਹ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਇਹ ਇੱਕ ਬੜਾ ਵੱਡਾ ਇਸ਼ੂ ਸੀ ਜਿਹੜਾ ਵਾਤਾਵਰਨ ਦਾ, ਦੁਨੀਆ ਦਾ ਵਾਤਾਵਰਨ ਜਿਹੜਾ ਆ ਉਹਨੂੰ ਬਚਾਉਣ ਲਈ ਉਹਨਾਂ ਨੇ ਸਾਰੀ ਦੁਨੀਆ ਨੂੰ ਇਕੱਠਾ ਕਰਕੇ ਇਹ ਅਕੋਰਡ ਕੀਤਾ ਸੀਗਾ ਕਿ ਜਿਹੜੇ ਚਾਈਨਾ, ਇੰਡੀਆ ਵਰਗੇ ਦੇਸ਼ ਨੇ ਜਿੱਥੇ ਕਈ ਵਾਰੀ ਵਾਤਾਵਰਨ ਨੂੰ ਓਵਰਲੋਕ ਕੀਤਾ ਜਾਂਦਾ ਆ, ਉੱਥੇ ਪ੍ਰਦੂਸ਼ਣ ਬਹੁਤ ਆ, ਉਹਨਾਂ ਨੇ ਵੀ ਸਾਈਨ ਕੀਤਾ ਸੀਗਾ। ਪਰ ਟਰੰਪ ਨੇ ਆਉਂਦੇ ਸਾਰ ਜਿਹੜਾ ਉਹਦੇ ਚੋਂ ਵਿਦਡਰਾ ਕਰ ਲਿਆ ਸੀਗਾ ਥਰੂ ਐਨ ਐਗਜ਼ੀਕਿਊਟਿਵ ਆਰਡਰ। ਸੋ ਮਿਸਟਰ ਬਾਈਡਨ ਨੇ, ਜਿਹੜਾ ਪ੍ਰੈਜ਼ੀਡੈਂਟ ਬਾਈਡਨ ਨੇ, ਉਹਨਾਂ ਨੇ ਦੁਬਾਰਾ ਫਿਰ ਉਹ ਪਹਿਲਾ ਐਗਜ਼ੀਕਿਊਟਿਵ ਆਰਡਰ ਜਿਹੜਾ ਸਾਈਨ ਕੀਤਾ ਆ ਉਹ ਟੂ ਰੀਜੁਆਇਨ ਦੈਟ ਪੈਰਿਸ ਅਕੋਰਡ। ਸੋ ਇੱਕ ਬਹੁਤ ਵੱਡੀ ਮੇਰੇ ਖਿਆਲ 'ਚ ਪੋਜ਼ੀਟਿਵ ਸਾਈਨ ਆ ਦੁਨੀਆ ਵਾਸਤੇ, ਕਿਉਂਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਨੀਤੀ ਸੀਗੀ ਅਮਰੀਕਾ ਫਸਟ ਦੀ, ਉਹ ਅਮਰੀਕਾ ਨੂੰ ਵੱਖਰੇ ਤੌਰ ਦੇ ਉੱਤੇ ਬਾਕੀ ਦੁਨੀਆ ਨੂੰ ਦੇਖਦੇ ਸੀਗੇ, ਜਿਹੜੀ ਕਿ ਮੇਰਾ ਖਿਆਲ 'ਚ ਇੱਕ ਸ਼ਾਰਟ ਸਾਈਟਡ ਸੀਗੀ ਉਹਨਾਂ ਦੀ। ਹੁਣ ਕੋਈ ਵੀ ਕੰਟਰੀ ਜਿਹੜਾ ਆ ਉਹ ਆਪਣੇ ਆਪ ਨੂੰ ਇਕੱਲਿਆਂ ਨਹੀਂ ਦੇ ਸਕਦਾ, ਜਿਸ ਤਰੀਕੇ ਨਾਲ ਦੁਨੀਆ ਦਾ ਜਿਹੜਾ ਗਲੋਬਲ ਵਿਲੇਜ ਦਾ ਜਿਹੜਾ ਹੈਗਾ ਆ ਪਸਾਰ ਹੋਇਆ ਆ ਪਿਛਲੇ ਸਮੇਂ ਦੇ ਵਿੱਚ। ਕਿਸੇ ਵੀ ਦੇਸ਼ ਦੀ ਜਿਹੜੀ ਇਕਾਨਮੀ ਆ ਉਹ ਇਕੱਲੀ ਆਪਣੇ ਸੈਲਫ ਨਿਰਭਰ ਨਹੀਂ ਹੋ ਸਕਦੀ, ਆਤਮ ਨਿਰਭਰ ਨਹੀਂ ਹੋ ਸਕਦੀ। ਸਾਰੇ ਕੰਟਰੀਜ਼ ਨੇ ਜਿਹੜੇ ਉਹਨਾਂ ਦੀ ਇਕਾਨਮੀ ਵੀ ਇੱਕ ਦੂਜੇ ਦੇ ਉੱਤੇ ਡਿਪੈਂਡ ਕਰਦੀ ਆ। ਔਰ ਜਿਹੜਾ ਵਾਤਾਵਰਨ ਆ ਇਹ ਤਾਂ ਕੁਦਰਤ ਨੇ ਕ੍ਰੀਏਟ ਹੀ ਇਸ ਤਰੀਕੇ ਨਾਲ ਕੀਤਾ ਹੋਇਆ ਕਿ ਇਹਦਾ ਜਿਹੜਾ ਅਸਰ ਆ ਉਹ ਜੇ ਇੱਕ ਗਲਤੀ ਕਰਦਾ ਤਾਂ ਉਹਦਾ ਅਸਰ ਸਾਰਿਆਂ ਦੇ ਉੱਤੇ ਪੈਣਾ ਆ। ਸੋ ਮੇਰਾ ਖਿਆਲ 'ਚ ਇਹ ਇੱਕ ਬਹੁਤ ਵੱਡੀ ਪੋਜ਼ੀਟਿਵ ਡਿਵੈਲਪਮੈਂਟ ਹੈ ਅੱਜ ਦੀ। ਇਹਦੇ ਨਾਲ ਹੀ ਜਿਹੜਾ ਮਿਸਟਰ ਟਰੰਪ ਨੇ ਜਿਹੜਾ ਕੋਵਿਡ ਦੇ ਸੰਬੰਧ ਦੇ ਵਿੱਚ ਜਿਹੜੇ ਮਾਸਕ ਦੀ ਜਿਹੜੀ ਸੀਗੀ ਕੰਡੀਸ਼ਨਸ ਉਹਨਾਂ ਨੇ ਉਹ ਲਾਈਆਂ ਨਹੀਂ ਸੀਗੀਆਂ ਕੋਈ, ਕਿਉਂਕਿ ਉਹ ਕਹਿੰਦੇ ਸੀਗੇ ਕਿ ਕੋਵਿਡ ਹੈ ਹੀ ਨਹੀਂ, ਕੁਛ ਮਾਸਕ ਦੀ ਲੋੜ ਨਹੀਂ। ਉਹਦੇ ਰਿਜ਼ਲਟ ਵਜੋਂ ਤੁਸੀਂ ਦੇਖਿਆ ਹੋਣਾ ਕਿ ਵਾਈਟ ਹਾਊਸ ਵਿੱਚ ਵੀ ਇੱਕ ਵਾਰੀ ਸਾਰੇ ਬਿਮਾਰ ਹੋ ਗਏ ਸੀਗੇ, ਹੀ ਹਿਮਸੈਲਫ ਗਾਟ ਇਨਫੈਕਟਡ। ਸੋ ਉਹਨਾਂ ਨੇ ਅੱਜ ਦੂਜਾ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਹਦੇ ਵਿੱਚ ਉਹਨਾਂ ਨੇ ਜਿੰਨੇ ਵੀ ਲੋਕ ਜਿਹੜੇ ਫੈਡਰਲ ਪ੍ਰਾਪਰਟੀਜ਼ ਦੇ ਉੱਤੇ ਕੋਈ ਵੀ ਆਉਣਗੇ ਉਹਨਾਂ ਨੂੰ ਮਾਸਕ ਜਿਹੜਾ ਪਾਉਣਾ ਆ ਉਹ ਮੈਂਡੇਟਰੀ ਆ, ਉਹਨਾਂ ਵਾਸਤੇ ਜ਼ਰੂਰੀ ਆ। ਸੋ ਕੋਈ ਵੀ ਜਿਹੜਾ ਫੈਡਰਲ ਜਿਹੜੀ ਗਵਰਨਮੈਂਟ ਆ ਉਹਦੇ ਜਿਹੜੀਆਂ ਬਿਲਡਿੰਗਸ ਨੇ, ਜਿੰਨੇ ਵੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਥਾਵਾਂ ਆਉਂਦੀਆਂ ਨੇ ਉਹਦੇ ਵਿੱਚ ਜਿਹੜਾ ਮਾਸਕ ਪਾ ਕੇ ਆਉਣਾ ਇਜ਼ ਇੰਪੋਰਟੈਂਟ ਜੀ। ਸੋ ਇਹ ਇੱਕ ਜਿਹੜੇ ਐਗਜ਼ੀਕਿਊਟਿਵ ਆਰਡਰ ਉਹਨਾਂ ਨੇ ਸਾਈਨ ਕੀਤੇ ਅੱਜ। ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਇਹ ਜਾਣਕਾਰੀ ਦੇ ਲਈ। ਔਰ ਮੈਂ ਹੁਣ ਪੌਲ ਜੀ ਤੁਹਾਡੇ ਕੋਲ ਆਉਣਾ, ਤੁਸੀਂ ਮੈਨੂੰ ਦੱਸਿਓ ਕਿ ਇਹਨੂੰ ਇਸ ਚੀਜ਼ ਨੂੰ ਤੁਸੀਂ ਕੈਨੇਡਾ ਦੇ ਪੁਆਇੰਟ ਆਫ ਵਿਊ ਤੋਂ ਕਿੱਦਾਂ ਦੇਖਦੇ ਆ? ਕਿੰਨਾ ਕੁ ਆਪਣੇ ਲਈ ਪਹਿਲਾਂ ਨਾਲੋਂ ਚੰਗਾ ਹੋਊਗਾ, ਜਾਂ ਜਿਹੜੀ ਪਾਈਪਲਾਈਨ ਵਾਲਾ ਮੁੱਦਾ ਸੀ ਖਾਸ ਕਰਕੇ ਉਹਦੇ ਤੇ ਜੀ? ਹਾਂ ਠੀਕ ਹੈ, ਉਹ ਐਗਜ਼ੀਕਿਊਟਿਵ ਆਰਡਰ ਵੀ ਉਹਨਾਂ ਨੇ ਸਾਈਨ ਕੀਤਾ ਜੋ ਵੀ ਜਿਹੜਾ ਕੀਸਟੋਨ ਦਾ
ਜਿਹੜੀ ਪਾਈਪਲਾਈਨ ਸੀਗੀ ਵੀ ਉਹਨੂੰ ਬੰਦ ਕਰਨ ਦਾ, ਉਹ ਕਿਉਂਕਿ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਵੀ এনवायरमेंट ਦੀ ਬਹੁਤ ਵੱਡੀ ਇੱਕ ਜੋ ਬਾਈਡਨ ਦੀ ਹੈਗੀ ਹੈ, ਜੋ ਕਿ ਉਹਨੇ ਪਹਿਲਾਂ ਹੀ ਪ੍ਰੈਸ ਕੀਤੀ ਸੀ, ਤੇ ਇਹ ਕੀਸਟੋਨ ਆਬਵੀਅਸਲੀ ਉਹਦੇ ਵਿੱਚ ਅੜਕ ਪਾਉਂਦੀ ਆ। ਕਈ ਨੇਟਿਵ ਜਿਹੜੀਆਂ ਅਮਰੀਕਾ ਦੇ ਵਿੱਚ ਹੈਗੀਆਂ ਵੀ ਉਹਨਾਂ ਨੇ ਲਾਸਟ ਰੂਟ ਕੀਤੇ ਸੀ ਵੀ ਪਾਈਪਲਾਈਨ ਉੱਥੋਂ ਦੀ ਲੰਘਣੀ ਸੀ, ਤੇ ਇਸ ਕਰਕੇ ਉਹਨਾਂ ਨੇ ਇਹ ਮਿੱਥ ਕੀਤਾ ਸੀ ਵੀ ਇੱਕ ਤਾਂ ਜਿਹੜਾ ਕਿ ਪੈਰਿਸ ਅਕੋਰਡ ਨੂੰ ਦੁਬਾਰਾ ਜੁਆਇਨ ਕਰਨਾ, ਤੇ ਸੈਕੰਡ ਵੀ ਕੀਸਟੋਨ ਜਿਹੜੀ ਪਾਈਪਲਾਈਨ ਆ ਵੀ ਜਿਹੜਾ ਅਲਬਰਟਾ ਦਾ ਬਿਟੂਮਨ ਹੈ, ਤੁਹਾਨੂੰ ਪਤਾ ਹੈ ਵੀ ਉਹ ਪਿਓਰ ਆਇਲ ਨਹੀਂ, ਵੀ ਉਹ ਉਹਦੀ ਟਾਰ ਸੈਂਡ ਹੀ ਹੈਗੀ ਜੀ। ਟਾਰ ਸੈਂਡ ਉਹ ਜਿਹੜੀ ਉਹਨੂੰ এনवायरमेंटਲੀ ਸਮਝਿਆ ਜਾਂਦਾ। ਸੋ ਇੱਕ ਤਰ੍ਹਾਂ ਦਾ ਇਹ ਐਕਸਪੈਕਟਡ ਸੀਗਾ, ਪਰ ਜਿਹੜੀ ਹੁਣ ਇਹਨਾਂ ਨੇ ਦੱਸਿਆ ਵੀ ਸਭ ਤੋਂ ਪਹਿਲੀ ਕਾਲ ਬਾਈਡਨ ਸਾਹਿਬ ਕਰ ਰਹੇ ਨੇ, ਉਹ ਜੋ ਜਸਟਨ ਟਰੂਡੋ ਨੂੰ ਕਰ ਰਹੇ ਨੇ ਫਰਾਈਡੇ, ਤੇ ਆਮ ਸ਼ੋਰ ਵੀ ਆਪਣੇ ਪ੍ਰੈਜ਼ੀਡੈਂਟ ਕਿਉਂਕਿ ਪ੍ਰਾਈਮ ਮਿਨਿਸਟਰ ਕਿਉਂਕਿ ਅਲਬਰਟਾ ਬਹੁਤ ਵੱਡੀ ਆਇਲ ਉਹਨਾਂ ਦੀ ਮੇਨ ਡਿਪੈਂਡੈਂਸੀ ਹੈਗੀ ਆ, ਤੇ ਟਰੂਡੋ ਗਵਰਨਮੈਂਟ ਨੇ ਸਪੋਰਟ ਕੀਤੀ ਸੀ ਉਹ ਪਾਈਪਲਾਈਨ, ਤੇ ਉਹਦੇ ਬਾਰੇ ਜ਼ਰੂਰ ਬਾਈਡਨ ਸਾਹਿਬ ਨਾਲ ਗੱਲ ਕਰਨਗੇ ਵੀ ਕੁਛ ਹੋ ਸਕੇ ਕਿਸੇ ਤਰ੍ਹਾਂ ਵੀ ਇਹਨੂੰ ਜਸਟ ਕੀਤਾ ਜਾਵੇ ਜਾਂ ਕਿਸ ਤਰ੍ਹਾਂ ਸੇਵ ਕੀਤਾ ਜਾਵੇ, ਵੀ ਉਹ ਆਪਣੀ ਲੌਬਿੰਗ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਮੇਰੇ ਖਿਆਲ ਵੀ ਇਹ ਡਨ ਡੀਲ ਆ ਵੀ ਅਲਬਰਟਾ ਨੂੰ ਇਹ ਲਾਜ਼ ਸਹਿਣੀ ਪੈਣੀ ਹੈ। ਜੀ ਯਾਦਵਿੰਦਰ ਸਿੰਘ ਜੀ, ਕਈ ਮੁੱਦੇ ਆ ਇਹਦੇ ਉੱਤੇ। ਕੋਵਿਡ ਦੇ ਮਾਮਲੇ ਦੇ ਵਿੱਚ ਜੋ ਬਾਈਡਨ ਕੀ ਕਰਨਗੇ ਹੁਣ? ਕੀ ਦੋ ਤਿੰਨ ਗੱਲਾਂ, ਇੱਕ ਤਾਂ ਇਹ ਕਹਿੰਦੇ ਵੀ ਜਿੰਨਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਚੁੱਕਿਆ, ਜੋ ਬਾਈਡਨ ਦੇ ਹੱਥ ਵੱਸ ਹੁਣ ਕੁਛ ਨਹੀਂ ਹੈ, ਹੁਣ ਤਾਂ ਵੈਕਸੀਨ ਆ ਗਈ ਹੈ, ਇਹਨੂੰ ਹੌਲੀ ਹੌਲੀ ਕੁਛ ਕਰ ਸਕਦੇ ਆ। ਮਾਸਕ ਮੈਂਡੇਟਰੀ ਉਹਨਾਂ ਨੇ ਕਰ ਦਿੱਤਾ, ਕੋਈ ਵੱਡੀ ਤਬਦੀਲੀ ਕਰ ਸਕਦੇ ਆ ਵੀ ਥੋੜ੍ਹਾ ਜਿਹਾ ਅਮਰੀਕਾ ਕਾਬੂ 'ਚ ਆ ਜਾਵੇ, ਬਚਾਅ ਹੋ ਜਾਵੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਹੋ ਰਿਹਾ ਜੀ? ਦੇਖੋ ਜੀ, ਇੱਕ ਸਭ ਤੋਂ ਵੱਡੀ ਗੱਲ ਆ ਜਿਹੜੀ ਪਬਲਿਕ ਪਰਸੈਪਸ਼ਨ ਦੀ ਹੈ ਵੀ ਲੋਕ ਕੀ ਅੰਦਾਜ਼ਾ ਲਾਉਂਦੇ ਨੇ ਉਹਨਾਂ ਦੇ ਲੀਡਰਾਂ ਤੋਂ। ਸੋ ਜਿਹੜਾ ਨੈਰੇਟਿਵ ਆ ਕੋਵਿਡ ਦੇ ਸੰਬੰਧ ਦੇ ਵਿੱਚ, ਜਿਹੜਾ ਕਿ ਮਿਸਟਰ ਟਰੰਪ ਨੇ ਇੱਕ ਡਿਫਰੈਂਟ ਤਰੀਕੇ ਦਾ ਸਿਰਜਿਆ ਹੋਇਆ ਸੀਗਾ ਲੋਕਾਂ ਨੂੰ ਕੋਵਿਡ ਸੰਬੰਧੀ, ਉਹ ਹੁਣ ਚੇਂਜ ਹੋ ਜਾਏਗਾ, ਅੱਜ ਤੋਂ ਬਾਅਦ ਚੇਂਜ ਹੋ ਜਾਏਗਾ, ਕਿਉਂਕਿ ਜਿਸ ਤਰੀਕੇ ਦਾ ਬਾਈਡਨ ਨੇ ਜਿਹੜੀ ਉਹਨਾਂ ਦਾ ਕੋਵਿਡ ਪ੍ਰਤੀ ਜਿਹੜਾ ਨਜ਼ਰੀਆ ਆ ਉਹ ਟੋਟਲੀ ਡਿਫਰੈਂਟ ਆ। ਸੋ ਉਹਨਾਂ ਨੇ ਸ਼ੁਰੂ ਤੋਂ ਹੀ ਕਿਹਾ ਕਿ ਜਿਹੜੀ ਉਹਨਾਂ ਦੀ ਅਪਰੋਚ ਆ ਇਟ ਵਿਲ ਬੀ ਮੋਰ ਸਾਇੰਟੀਫਿਕ ਐਂਡ ਔਨ ਫੈਕਟ ਬੇਸਡ। ਸੋ ਹੁਣ ਤੱਕ 4 ਲੱਖ ਤੋਂ ਉੱਪਰ ਜਿਹੜੇ ਅਮਰੀਕਨ ਨੇ ਉਹ ਆਪਦੀ ਜਾਨ ਗਵਾ ਚੁੱਕੇ ਨੇ। ਇਟਸ ਅ ਬਿਗ ਨੰਬਰ। ਇੱਕ ਅੰਦਾਜ਼ੇ ਮੁਤਾਬਕ ਜਿੰਨੇ ਲੋਕ ਸੈਕੰਡ ਵਰਲਡ ਵਾਰ ਦੇ ਵਿੱਚ ਅਮਰੀਕਨ ਜਿਹੜੇ ਆ ਉਹ ਜਿਨ੍ਹਾਂ ਨੇ ਜਾਨਾਂ ਗਵਾਈਆਂ ਸੀ, ਉਹ ਤੋਂ ਜ਼ਿਆਦਾ ਲੋਕ ਆਲਰੇਡੀ ਹੋ ਚੁੱਕੇ ਨੇ ਜਿਨ੍ਹਾਂ ਨੇ ਕੋਵਿਡ ਕਰਕੇ ਜਾਨਾਂ ਗਵਾਈਆਂ ਨੇ। ਸੋ ਜਿਹੜਾ ਇਹਦਾ ਜਿਹੜਾ ਆਕਾਰ ਆ ਨੁਕਸਾਨ ਦਾ, ਉਹ ਤੁਸੀਂ ਅੰਦਾਜ਼ਾ ਲਾ ਸਕਦੇ ਆ। ਸੋ ਮੇਰਾ ਖਿਆਲ ਜਿਹੜੀ ਉਹਨਾਂ ਦੀ ਪ੍ਰਾਇਓਰਿਟੀ ਆ ਕਿਸੇ ਵੀ ਗੱਲ ਤੋਂ ਪਹਿਲਾਂ ਉਹ ਆ ਕਿ ਇਸ ਜਿਹੜੀ ਪੈਂਡੈਮਿਕ ਆ ਉਹਨੂੰ ਕੰਟਰੋਲ ਕਿਵੇਂ ਕਰਨਾ ਹੈ। ਸੋ ਉਹਨਾਂ ਨੇ ਜਿਹੜਾ ਪ੍ਰਣ ਕੀਤਾ ਆ ਕਿ ਪਹਿਲੇ 100 ਦਿਨਾਂ ਦੇ ਵਿੱਚ ਉਹ 100 ਮਿਲੀਅਨ ਜਿਹੜੇ ਵੈਕਸੀਨਸ ਨੇ ਉਹ ਆਪਣੇ ਜਿਹੜੇ ਅਮਰੀਕਨਸ ਨੂੰ ਦੇਣਗੇ, ਤੇ ਦੇ ਵਿਲ ਮਤਲਬ ਇਹਨੂੰ ਬੜਾ ਐਕਸਪੀਡਾਈਟਡ ਲੈਵਲ ਦੇ ਉੱਤੇ ਵਾਰ ਫੁਟਿੰਗ ਤੇ ਉਹ ਇਸ ਗੱਲ ਨੂੰ ਇੰਪਲੀਮੈਂਟ ਕਰਨਗੇ, ਐਂਡ ਦਿਸ ਇਜ਼ ਗੋਇੰ ਟੂ ਬੀ ਹਿਸ ਫੋਕਸ ਫॉर ਨੈਕਸਟ 100 days। ਸੋ ਆਬਵੀਅਸਲੀ ਦੇਰ ਆਰ ਅਦਰ ਇੰਪੋਰਟੈਂਟ ਇਸ਼ੂਜ਼, ਪਰ ਮੇਰਾ ਖਿਆਲ ਜਿੰਨਾ ਚਿਰ ਕੋਵਿਡ ਸਿਰ ਦੇ ਉੱਤੇ ਮੰਡਰਾਉਂਦੀ ਆ ਉਹਨਾਂ ਚਿਰ ਨਾ ਤਾਂ ਜਿਹੜੀ ਇਕਨੋਮਿਕਸ ਆ ਉਹਨੇ ਮੂਵ ਹੋਣਾ ਆ, ਨਾ ਹੀ ਕੋਈ ਜਿਹੜੀ ਜ਼ਿੰਦਗੀ ਦੇ ਬਾਕੀ ਪੱਖ ਨੇ ਉਹ ਨਾਰਮਲ ਹੋਣਗੇ। ਸੋ ਕੋਵਿਡ ਇਜ਼ ਹਿਸ ਫਸਟ ਪ੍ਰਾਇੋਰਟੀ। ਪੌਲ ਜੀ, ਤੁਹਾਨੂੰ ਕੀ ਲੱਗਦਾ ਜਿਹੜਾ ਇਸ ਵੇਲੇ ਇਹ ਸਾਰੀ ਗੱਲਬਾਤ ਚੱਲ ਰਹੀ ਆ, ਇਹਦਾ ਸਾਡੇ ਉੱਤੇ ਕੋਈ ਅਸਰ ਪਊਗਾ? ਜਿਵੇਂ ਵੈਕਸੀਨ ਆ ਪਿਛਲੇ ਸਮੇਂ ਦੇ ਕੁਛ ਆਉਣੀ ਸੀ, ਉਹ ਉਨੀ ਤੇਜ਼ੀ ਨਾਲ ਨਹੀਂ ਆ ਰਹੀ ਜਿੰਨੀ ਕੈਨੇਡਾ ਚਾਹੁੰਦਾ ਸੀ ਇਸ ਮਾਮਲੇ ਦੇ ਵਿੱਚ। ਆਈ ਮੀਨ ਵੈਕਸੀਨ ਦੇ ਵੱਲੋਂ ਇੰਨਾ ਫਰਕ ਨਹੀਂ ਹੈਗਾ, ਪਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਜਿਹੜਾ ਕੋਵਿਡ ਫੋਕਸ ਤਾਂ ਕਰਕੇ ਦੁਬਾਰਾ ਵਾਈਟ ਹਾਊਸ ਦੇ ਵਿੱਚ ਜਿਹੜੀਆਂ ਡਾਕਟਰ ਫੌਚੀ ਦੀਆਂ ਕੋਵਿਡ ਬਰੀਫਿੰਗ ਸੀਗੀਆਂ ਉਹ ਵੀ ਦੁਬਾਰਾ ਲੈਣ ਜਾ ਰਹੀਆਂ। ਪਰ ਕੈਨੇਡਾ ਦੇ ਪਰਸਪੈਕਟਿਵ ਤੋਂ ਕੋਈ ਫਰਕ ਨਹੀਂ ਹੈਗਾ, ਕਿਉਂਕਿ ਕੈਨੇਡਾ ਦਾ ਫਾਈਜ਼ਰ ਨਾਲ ਡਿਫਰੈਂਟ ਡੀਲ ਹੈਗਾ, ਜਿਹੜਾ ਕਿ ਫਾਈਜ਼ਰ ਨੇ ਆਨਰ ਨਹੀਂ ਕੀਤਾ, ਜਦ ਤਾਂ ਕਰਕੇ ਉਹ ਵੈਕਸੀਨ ਸਲੋ ਡਾਊਨ ਹੋਈਆਂ ਨੇ, ਘੱਟ ਆ ਰਹੀਆਂ ਨੇ। ਤੇ USA ਦਾ ਉਹਨਾਂ ਨਾਲ ਪਹਿਲਾਂ ਰਿਹਾ ਸਮਾਂ ਕਿ ਟਰੰਪ ਨੇ ਐਕਸਟਰਾ 100 ਮਿਲੀਅਨ ਆਰਡਰ ਕਰ ਸਕਦਾ ਸੀ, ਪਰ ਉਹਨੇ ਨਹੀਂ ਕੀਤੀਆਂ, ਜੋ ਕਿ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਮੇਰੇ ਖਿਆਲ ਵੀ ਹੋਰ ਕਰੂਗੀ। ਉਹਨਾਂ ਨੇ 100 ਡੇ ਦਾ ਮਾਸਕ ਦਾ ਰੱਖਿਆ ਹੋਇਆ ਮੈਂਡੇਟ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮਾਸਕ 100 ਡੇਜ਼ ਲਈ ਮੈਂਡੇਟੋਰੀ ਰੱਖਣਾ ਜਦੋਂ ਦੇ ਇਲੈਕਟ ਹੋਏ ਨੇ, ਤੇ ਉਹ 100 ਡੇਜ਼ ਦੇ ਵਿੱਚ ਉਹਨਾਂ ਨੇ ਉਹ ਜਿਹੜੇ ਡੋਸਿਸ ਨੇ ਮੈਕਸਿਮਮ ਡਿਲੀਵਰ ਉਹਨਾਂ ਨੇ ਆਲਰੇਡੀ ਬੇਸਬਾਲ ਫੀਲਡਸ,
football fields in different cities, different states which organize ਕੀਤੇ ਨੇ ਵੀ ਜਿੱਥੋਂ ਲੋਕੀ ਮੈਸ ਜਾ ਕੇ ਜਿਸ ਤਰ੍ਹਾਂ ਕਿ ਵੀ ਵੋਰ ਟਾਈਮ ਹੁੰਦਾ ਸੀਗਾ ਵੀ ਫੂਡ ਲੈਣ ਲਈ ਵੀ ਇਸ ਤਰ੍ਹਾਂ ਉਹ ਵੈਕਸੀਨ ਲੈ ਸਕਦੇ ਨੇ। ਸੋ ਇੱਕ ਤਰ੍ਹਾਂ ਦੀ ਕਿਉਂਕਿ ਇਕਾਨਮੀ ਨੂੰ ਦੁਬਾਰਾ ਲਿਆਉਣ ਨੂੰ, ਲੋਕਾਂ ਨੂੰ ਕੌਨਫੀਡੈਂਸ ਦੇਣ ਨੂੰ ਵੀ ਤੁਸੀਂ ਬਾਹਰ ਜਾ ਕੇ ਬਿਜ਼ਨਸ ਕਰੋ, ਮੇਰੇ ਸਾਡੀ ਦੇਖ ਲਓ ਵੀ ਤੁਹਾਨੂੰ ਪਤਾ ਮੈਂ ਫਿਲਮਾਂ ਵੀ ਬਣਾਉਣਾ, ਫਿਲਮ ਇੰਡਸਟਰੀ ਬਹੁਤ ਬਹੁਤ ਘਾਟਾ ਖਾਦਾ, 77% ਬਾਕਸ ਆਫਿਸ ਥੀਏਟਰਕਲ ਡਿਕਲਾਈਨ ਹੋਇਆ। ਪੰਜਾਬੀ ਫਿਲਮ ਵੀ ਲੱਗ ਨਹੀਂ ਰਹੀਆਂ ਕਰਕੇ, ਕਿਉਂਕਿ ਪੰਜਾਬੀ ਫਿਲਮਾਂ ਡਿਪੈਂਡ ਹੀ ਸਿਰਫ ਥੀਏਟਰਾਂ ਤੇ ਕਰਦੀਆਂ। ਤਾਂ ਇਹ ਚੀਜ਼ਾਂ ਕੌਨਫੀਡੈਂਸ ਸਾਰੀ ਇਕਾਨਮੀ ਨੂੰ ਲਿਆਉਣ ਲਈ ਵੈਕਸੀਨ ਤੇ ਉਹ ਸੋਸ਼ਲ ਡਿਸਟੈਂਸਿੰਗ ਘੱਟ ਕਰਨ ਨੂੰ, ਤੇ ਉਹ ਜਿਹੜਾ ਕਿ ਦੁਬਾਰਾ ਨੋਰਮਲਾਈਜੇਸ਼ਨ ਆ ਉਹ ਵੀ ਮੈਕਸਿਮਮ ਕੁਇਕਲੀ ਰਿਟਰਨ ਹੋਵੇ, ਇਹੀ ਇਹਨਾਂ ਨੇ ਫੋਕਸ ਕਰਨਾ। ਜਿਹੜਾ ਕਿ ਮੇਰਾ ਖਿਆਲ ਜੇ ਡੋਨਾਲਡ ਟਰੰਪ 6 ਮਹੀਨੇ ਲਾ ਕੇ ਵੀ ਉਹ ਕਰ ਲੈਂਦਾ ਤੇ ਮੇਬੀ ਅੱਜ ਪ੍ਰੈਜ਼ੀਡੈਂਟ ਹੁੰਦਾ। ਤੇ ਪੌਲ ਜੀ, ਜਿਹੜੀ ਇੱਕ ਬਹੁਤ ਵੱਡੀ ਗੱਲ ਸੀਗੀ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਚੱਲੀ, ਕਲਰ ਦੇ ਬੇਸ ਦੇ ਉੱਤੇ ਕਾਫੀ ਰੌਲਾ ਰੱਪਾ ਪਿਆ, ਬਲੈਕ ਲਾਈਵ ਮੈਟਰ ਜਾਂ ਦੂਜਾ ਜਿਹੜਾ ਵਾਈਟ ਸੁਪਰਮੇਸੀ ਦੀ ਗੱਲਬਾਤ ਚੱਲੀ, ਉਹਦਾ ਅਸਰ ਵੀ ਕੈਨੇਡਾ ਦੇ ਉੱਤੇ ਪਿਆ। ਪਹਿਲਾਂ ਵੀ ਆਪਾਂ ਇੱਕ ਦਿਨ ਇਹਦੇ ਉੱਤੇ ਗੱਲ ਕੀਤੀ ਸੀ। ਇਹਦੇ ਵਿੱਚ ਕੁਝ ਤਬਦੀਲੀ ਆਊਗੀ ਹੁਣ? ਇਹ ਜਿਹੜੀਆਂ ਲੀਕਾਂ ਵਾਹੀਆਂ ਗਈਆਂ, ਇਹ ਮਿਟਣ ਦੀ ਕੋਈ ਅਸਾਰ ਲੱਗਦੇ? ਐਕਚੁਅਲੀ ਵੈਰੀ ਇੰਪੋਰਟੈਂਟ ਇਹ ਤੁਸੀਂ ਕਿਹਾ ਵੀ ਇਹ USA ਤੋਂ ਸ਼ੁਰੂ ਪਹਿਲਾਂ ਹੋਣੀ ਚਾਹੀਦੀ ਹੈ, ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ US ਪ੍ਰੈਜ਼ੀਡੈਂਟ ਜਿੱਦਾਂ ਕਿ ਓਬਾਮਾ ਲੈ ਲਓ, ਉਹ ਤੋਂ ਪਹਿਲਾਂ ਬੁਸ਼ ਲੈ ਲਓ, ਫਿਰ ਟਰੰਪ ਲੈ ਲਓ, ਉਹਨਾਂ ਦਾ ਜਿਹੜਾ ਸਿਸਟਮ ਸੀ ਉਹਦੇ ਵਿੱਚ ਵੈਰੀ ਮਿਨੀਮਮ ਜਿੱਦਾਂ ਮੂਵਮੈਂਟ ਹੁੰਦੀ ਸੀ। ਪਰ ਬਾਈਡਨ ਦੇ ਨਾਲ ਹੁਣ ਤੁਸੀਂ ਦੇਖਿਆ ਹੋਣਾ ਵੀ ਬਰਨੀ ਸੈਂਡਰਸ ਜਿਨ੍ਹਾਂ ਨੇ ਲੀਡਰਸ਼ਿਪ ਗਵਾਈ ਸੀ, ਉਹਨਾਂ ਨੂੰ ਟ੍ਰੈਜਰੀ ਬੋਰਡ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਵੀ ਜਿੱਥੋਂ ਪੈਸੇ ਡੈਵਲਪ ਹੋਣੇ ਆ। ਤੇ ਜਿਹੜੇ ਉਹ ਜਿਹੜੀ ਪੋਜੀਸ਼ਨ ਬਹੁਤ ਇੰਪੋਰਟੈਂਟ ਆ, ਕਿਉਂਕਿ ਇਕੁਆਲਿਟੀ ਲਈ ਪੈਸਾ ਸਾਰੇ ਸੁਸਾਇਟੀ ਵਿੱਚ ਕਿਸ ਤਰ੍ਹਾਂ ਜਾਣਾ, ਉਹ ਪੈਸੇ ਨੇ ਕੀ ਕੀ ਸਹੂਲਤਾਂ ਦੇਣੀਆਂ, ਹਾਊਸਿੰਗ, ਹੈਲਥ, ਇਹ ਚੀਜ਼ਾਂ ਬਾਈਡਨ ਨੂੰ ਚੇਂਜ ਕਰਨੀਆਂ ਪੈਣੀਆਂ। ਤੇ ਤਾਂ ਕਰਕੇ ਉਹਨੇ ਰਾਈਟ ਬੰਦੇ ਲਾਏ ਨੇ, ਕਿਉਂਕਿ ਹੋਰ ਵੀ ਬਹੁਤ US ਦੇ ਜਿਹੜੇ ਰੂਲਸ ਨੇ, ਜਿਸ ਤਰ੍ਹਾਂ ਕਿ ਆ ਪਾਰਡਨ ਹੀ ਲੈ ਲਓ, ਹੁਣ ਜਾਂਦਾ ਜਾਂਦਾ ਟਰੰਪ ਕਿੰਨੇ ਕ੍ਰਿਮੀਨਲਾਂ ਨੂੰ ਪਾਰਡਨ ਕਰ ਗਿਆ, ਕਈਆਂ ਦੇ ਟ੍ਰਾਇਲ ਵੀ ਨਹੀਂ ਚੱਲੇ। ਸੋ ਇਹ ਚੀਜ਼ਾਂ ਵੀ ਇਹਨਾਂ ਨੂੰ ਸੋਚਣੀਆਂ ਪੈਣਗੀਆਂ। ਇਲੈਕਟੋਰਲ ਕਾਲਜ ਕਿੰਨੀ ਪ੍ਰੋਬਲਮ ਆ, ਉਹ ਵੀ ਇਹਨਾਂ ਨੂੰ ਸੋਚਣੀਆਂ ਪੈਣ। ਇਹਨਾਂ ਨੂੰ ਅਮਰੀਕਾ ਬਾਈਡਨ ਕੋਲ ਚਾਂਸ ਹੈਗਾ ਵੀ ਉਹਨੂੰ ਰੀਮੇਕ ਕਰ ਸਕਦਾ ਵਾ ਅਮਰੀਕਾ ਨੂੰ, ਵੀ ਜਿਹੜੀਆਂ ਚੀਜ਼ਾਂ ਅਮਰੀਕਾ ਦੇ ਸਿਸਟਮ ਨੂੰ ਖਰਾਬ ਕਰਦੀਆਂ, ਜਿਹੜੇ ਕੈਪੀਟਲ ਹਿਲ ਰਾਈਟਸ ਲਾ ਲਓ ਜਾਂ ਹੋਰ, ਵੀ ਇਹ ਚੀਜ਼ਾਂ ਉਹਨੂੰ ਫਿਕਸ ਕਰਨੀਆਂ ਪੈਣਗੀਆਂ। ਸੋ BLM ਜਿਹੜੀ ਆ, ਬਲੈਕ ਲਾਈਵ ਮੈਟਰ, ਆਪਾਂ ਅੱਗੇ ਵੀ ਡਿਸਕਸ ਕੀਤਾ ਸੀ ਵੀ ਇਕੁਆਲਿਟੀ ਦੀ ਮੂਵਮੈਂਟ ਆ। ਇਹ ਇਕੁਆਲਿਟੀ ਦੀ ਮੂਵਮੈਂਟ ਚਲੋ ਕੈਨੇਡਾ ਦੇ ਵਿੱਚ ਤਾਂ ਇੰਨੀ ਅੱਗੇ ਵੀ ਹੈ ਨਹੀਂ ਕਿ US ਦੇ ਵਿੱਚ ਬਹੁਤ ਪੋਲਰਾਈਜੇਸ਼ਨ, ਬਹੁਤ ਫਰਕ ਆ। ਬਾਕੀ ਹੋਰ ਥਾਂ ਇਨ ਵਰਲਡਸ ਵੀ ਫਰਕ ਹੈਗਾ, ਇੰਡੀਆ ਵੀ ਹੈਗੀ ਆ। ਸੋ ਇਹ ਚੀਜ਼ਾਂ ਮੇਰੇ ਖਿਆਲ ਵੀ ਜਦੋਂ USA ਤੋਂ ਸ਼ੁਰੂ ਹੁੰਦੀਆਂ ਵੀ ਉਹ ਐਗਜ਼ਾਮਪਲ ਦਿੰਦੇ ਨੇ, ਇਹ ਇੱਕ ਬਹੁਤ ਪਾਵਰਫੁਲ ਐਗਜ਼ਾਮਪਲ ਜਿਹੜੀ ਕਿ ਵਰਲਡ ਲਈ ਸੈੱਟ ਕਰਨ, ਫੇਰ ਹੀ ਬੈਟਰ ਵਰਲਡ ਕ੍ਰੀਏਟ ਹੋ ਸਕਦਾ, ਫੇਰ ਹੀ ਇਨਵਾਇਰਮੈਂਟਲ ਹੋਰ ਚੀਜ਼ਾਂ ਵੱਲ ਲੋਕੀ ਫੋਕਸ ਕਰ ਸਕਦੇ ਨੇ। ਕਰਕੇ ਪਹਿਲਾਂ ਕੁਆਲਿਟੀ ਬੰਦਿਆਂ 'ਚ ਆਉਣੀ ਚਾਹੀਦੀ ਆ, ਦੈਟ ਇਜ਼ ਦ ਮੇਨ ਥਿੰਗ। ਯਾਦਵਿੰਦਰ ਸਿੰਘ ਜੀ, ਇਹ ਚੀਜ਼ਾਂ ਟਰੰਪ ਪ੍ਰਸ਼ਾਸਨ ਵੇਲੇ ਜ਼ਿਆਦਾ ਹੋਈਆਂ ਜਾਂ ਸਾਨੂੰ ਬਾਹਰ ਬੈਠੇ ਨੂੰ ਲੱਗ ਰਿਹਾ ਸੀ ਵੀ ਥੋੜ੍ਹੀ ਜਿਹੀ ਤਲਖੀ ਆਪਸ ਦੇ ਵਿੱਚ ਵਧੀ ਆ ਅਮਰੀਕਾ ਦੇ ਵਿੱਚ? ਦੇਖੋ, ਜਿਹੜਾ ਰੇਸ ਰਿਲੇਸ਼ਨ ਆ ਨਾ, ਉਹਨੇ ਬਹੁਤ ਸਫਰ ਕੀਤਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ, ਕਿਉਂਕਿ ਮਿਸਟਰ ਟਰੰਪ ਨੇ ਜਿਹੜੀਆਂ ਉਹ ਫੋਰਸਿਸ ਸੀਗੀਆਂ ਜਿਹੜੀਆਂ ਕਿ ਕਿਸੇ ਹੱਦ ਤੱਕ ਇਸ ਦੇਸ਼ ਦੇ ਵਿੱਚ ਸਨੱਬ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਆਈਸੋਲੇਟ ਕੀਤਾ ਹੋਇਆ ਸੀਗਾ। ਦੇਖੋ, ਕਿਸੇ ਵੀ ਚੀਜ਼ ਦਾ ਜਿਹੜਾ ਬੀਜ ਆ ਉਹ ਖਤਮ ਨਹੀਂ ਹੁੰਦਾ। ਜਿਹੜੀ ਰੇਸਿਜ਼ਮ ਆ ਇੰਨੀ ਡੀਪ ਆ, ਇਹ ਇੰਨੀ ਡੂੰਘੀ ਆ ਸੋਸਾਇਟੀ ਦੇ ਵਿੱਚ, ਖਾਸ ਕਰਕੇ ਅਮਰੀਕਾ ਦੇ ਵਿੱਚ। ਇਸ ਰੇਸਿਜ਼ਮ ਦੇ ਬੇਸ ਦੇ ਉੱਤੇ ਬਹੁਤ ਚਿਰ ਰਾਜ ਕੀਤਾ ਗਿਆ ਆ। ਸੋ ਇਹ ਐਡੀ ਛੇਤੀ ਖਤਮ ਹੋਣ ਵਾਲੀ ਚੀਜ਼ ਨਹੀਂ, ਪਰ ਉਹਨੂੰ ਲੋਕਾਂ ਦੇ ਜ਼ੋਰ ਨੇ, ਜਿਹੜੀਆਂ ਜਿਹੜੇ ਸਿਆਣੇ ਲੀਡਰ ਸੀ ਉਹਨਾਂ ਦੇ ਜ਼ੋਰ ਤੇ ਉਹਨੂੰ ਸਨੱਬ ਕੀਤਾ ਹੋਇਆ ਸੀ, ਤਾਂ ਕਿ ਉਹ ਜਿਹੜੀ ਮੇਨ ਸਟਰੀਮ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਇਫੈਕਟ ਨਾ ਕਰਨ, ਜਿਹੜੀ ਮੇਨ ਸਟਰੀਮ ਲਾਈਫ ਆ ਉਹਦੇ 'ਚ ਇਫੈਕਟ ਨਾ ਕਰਨ। ਪਰ ਜਿਹੜਾ ਪ੍ਰੈਜ਼ੀਡੈਂਟ ਟਰੰਪ ਸੀਗਾ, ਉਹਨੇ ਜਿਹੜੀ ਉਹਦੇ ਕੋਲੇ ਜਿਹੜਾ ਉਹਨਾਂ ਨੇ ਰੈਟਰਿਕ ਦਿੱਤਾ ਆ ਆਪਣੇ ਆਪ ਲਈ, ਆਪਣੀ ਪਾਰਟੀ ਨੂੰ ਜਾਂ ਆਪਣੇ ਵਾਸਤੇ, ਉਹਨਾਂ ਨੇ ਉਸ ਚੀਜ਼ ਨੂੰ ਬਹੁਤ ਹਵਾ ਦਿੱਤੀ ਆ ਪਿਛਲੇ 4 ਸਾਲ, ਹੈ ਨਾ। ਸੋ ਇਸ ਗੱਲ ਨੇ ਹੁਣ ਡਾਈ ਹੋਣ ਨੂੰ ਥੋੜਾ ਚਿਰ ਲੱਗੂਗਾ। ਮੇਰਾ ਖਿਆਲ ਜਿਹੜੀ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੀ ਜਿਹੜੀ ਇਨੌਗਰੇਸ਼ਨ ਸਪੀਚ ਆ ਉਹਦੇ ਵਿੱਚ ਬੜਾ ਕਲੀਅਰ ਕੀਤਾ ਆ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੇਟਰਡ ਆ ਉਹਨੂੰ ਦੇ ਵਿਲ ਟ੍ਰੀਟਡ ਐਜ਼ ਅ ਟੈਰਰਿਜ਼ਮ। ਜਿਹੜੀ ਹੇਟ ਬੇਸਡ ਕੋਈ ਵੀ ਐਕਟੀਵਿਟੀ ਆ ਜਿਹੜੀ ਕਿ ਲੋਕਾਂ ਨੂੰ ਨੁਕਸਾਨ ਪਹੁੰਚਾਊਗੀ, ਲੋਕਾਂ ਦਾ ਨੁਕਸਾਨ ਕਰੂਗੀ, ਸੋ ਦੇ ਵਿਲ ਟ੍ਰੀਟਡ ਐਜ਼ ਅ ਟੈਰਰਿਸਟ ਗਰੁੱਪ। ਜਿਹੜੇ ਵਾਈਟ ਸੁਪਰਮਸਿਸਟ ਬੇਸਿਕਲੀ ਜਿਹੜੇ ਗਰੁੱਪਸ ਨੇ, ਸੋ ਦੇ ਵਿਲ ਟ੍ਰੀਟ them ਐਜ਼ ਡੋਮੈਸਟਿਕ ਟੈਰਰਿਜ਼ਮ।
ਸੋ ਇਟਸ ਅ ਬਿਗ ਸਟੇਟਮੈਂਟ ਜਿਹੜੀ ਕਿ ਮਤਲਬ ਟਰੰਪ ਐਡਮਿਨਿਸਟ੍ਰੇਸ਼ਨ ਵਾਲੇ ਤਾਂ ਤੁਸੀਂ ਸੋਚ ਵੀ ਨਹੀਂ ਸੀ ਸਕਦੇ। ਉਹ ਤਾਂ ਉਹਨਾਂ ਨੂੰ ਹਵਾ ਦਿੰਦੇ ਸੀਗੇ, ਬਲਕਿ ਉਹਨਾਂ ਨੂੰ ਉਹਨਾਂ ਦੀ ਜਿਹੜੇ ਮਿਸਟਰ ਬੈਨਨ ਵਰਗੇ ਬੰਦੇ ਨੇ ਜਾਂ ਹੋਰ ਬਹੁਤ ਬਹੁਤ ਸਾਰੇ ਇੱਥੇ ਗਰੁੱਪਸ ਨੇ ਜਿਹੜੇ ਹੇਟ ਗਰੁੱਪਸ ਨੇ, ਜਿਹੜੇ ਕਿ ਉਹ ਆਪਣੀ ਬੜੀ ਆਈਸੋਲੇਸ਼ਨ ਦੇ ਵਿੱਚ ਰਹਿੰਦੇ ਸੀਗੇ, ਪਰ ਉਹਨਾਂ ਨੂੰ ਸਰਫਸ ਤੇ ਲੈ ਕੇ ਆਏ ਮਿਸਟਰ ਟਰੰਪ। ਸੋ ਆਈ ਗੈਸ ਜਿਹੜੀ ਦੁਨੀਆ ਆ, ਇੱਥੋਂ ਦੇ ਲੋਕ ਨੇ ਜਿਹੜੇ ਮੈਜੋਰਿਟੀ ਈਵਨ ਗੋਰੇ ਵੀ ਨੇ ਨਾ, ਉਹ ਇਹ ਵਿਊ ਨਹੀਂ ਰੱਖਦੇ। ਉਹ ਬੜਾ ਇੱਕ ਫ੍ਰਿੰਜ ਗਰੁੱਪ ਆ ਜਿਹੜਾ ਇਹ ਵਾਈਟ ਸੁਪਰਮਸਿਸਟ ਨੇ। ਔਰ ਉਹ ਕਿਉਂਕਿ ਮਿਸਟਰ ਟਰੰਪ ਦੀਆਂ ਨੀਤੀਆਂ ਕਰਕੇ ਜਾਂ ਉਹਨਾਂ ਦੇ ਜਿਹੜੇ ਰੈਟਰਿਕ ਕਰਕੇ ਉਹ ਫਰੰਟ ਤੇ ਆ ਗਏ, ਔਰ ਦੇ ਲੁੱਕ ਲਾਈਕ ਅ ਬਿਗ ਫੋਰਸ, ਬਟ ਐਕਚੁਅਲੀ ਇਨ ਨੰਬਰਸ ਦੇ ਆਰ ਨਾਟ ਦੈਟ ਬਿਗ। ਸੋ ਜਿਹੜੀ ਮੈਜੋਰਿਟੀ ਅਮਰੀਕਨ ਲੋਕ ਨੇ, ਦੇ ਆਰ ਡੀਸੈਂਟ, ਦੇ ਆਰ ਨਾਈਸ, ਦੇ ਆਰ ਟੋਲਰੈਂਟ। ਔਰ ਖਾਸ ਕਰਕੇ ਜਿਹੜੀ ਨੈਕਸਟ ਜਨਰੇਸ਼ਨ ਆ ਹੁਣ ਇੱਥੇ ਅਮਰੀਕਨਸ, ਦੇ ਆਰ ਵੇ ਹੈਡ, ਕਿਉਂਕਿ ਜਿਹੜੀ ਸੋਸ਼ਲ ਮੀਡੀਆ ਜਾਂ ਮੀਡੀਆ ਆ, ਜਿਹੜੀ ਚੀਜ਼ ਨੂੰ ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਨਵੀਂ ਜਨਰੇਸ਼ਨ ਫੋਲੋ ਕਰ ਰਹੀ ਆ, ਉਹਦੇ ਵਿੱਚ ਮੇਰਾ ਖਿਆਲ ਜਿਹੜੀ ਰੇਸਿਜ਼ਮ ਆ ਜਾਂ ਰੇਸਿਸਟ ਹੋਣ ਦਾ ਜਿਹੜਾ ਹੈਗਾ ਆ, ਉਹ ਜਿਹੜਾ ਗੁੰਜਾਇਸ਼ ਆ ਬਹੁਤ ਘੱਟ ਆ। ਸੋ ਆਈ ਹੋਪ ਕਿ ਇਹ ਜਿਹੜਾ ਵਾਈਟ ਸੁਪਰਮਸਿਸਟ ਨੇ ਜਾਂ ਜਿਹੜੇ ਐਸਟੀਯੂ ਦੇ ਫ੍ਰੈਂਚ ਗਰੁੱਪ ਨੇ, ਇਹ ਜਿਹੜੇ ਟਰੰਪ ਤੋਂ ਪਹਿਲਾਂ ਜਿਸ ਥਾਂ ਦੇ ਉੱਤੇ ਸੀਗੇ, ਹੋਪਫੁਲੀ ਦੇ ਵਿਲ ਰਿਟਰੀਟ ਟੂ ਦੇਅਰ ਕੇਵਸ ਐਂਡ ਦੇ ਵੋਂਟ ਡਿਸਟਰਪਟ ਜਿਹੜੀ ਪਬਲਿਕ ਲਾਈਫ ਹੈ ਇੱਥੇ ਐਨੀ ਮੋਰ। ਆਈ ਡੋਂਟ ਸੀ ਇਟ ਸਪੈਸ਼ਲੀ ਅੰਡਰ ਬਾਈਡਨ ਐਡਮਿਨਿਸਟ੍ਰੇਸ਼ਨ। ਪਰ ਜਿਸ ਕਿਸਮ ਦੀ ਜਿਹੜੀ ਪੋਲੀਟਿਕਸ ਆ ਪਿਛਲੇ ਸਮੇਂ ਦੇ ਵਿੱਚ ਟਰੰਪ ਨੇ ਕੀਤੀ ਆ, ਔਰ ਜਿਹੜੇ ਉਹਦੇ ਰਿਪਬਲਿਕਨ ਸਾਥੀ ਸੀਗੇ ਜਿਹੜੇ ਕਿ ਜਿਹਨਾਂ ਨੂੰ ਲੱਗਦਾ ਸੀਗਾ ਕਿ ਇਟ ਇਜ਼ ਅ ਵੇ ਟੂ ਗੈਟ ਇਲੈਕਟਿਡ ਔਰ ਵੇ ਟੂ ਗੈਟ ਸਮ ਸਟੀਮ, ਆਈ ਥਿੰਕ ਦੇ ਲਰਨਡ ਅ ਹਾਰਡ ਲੈਸਨ ਟੂ ਆਫਟਰ ਜਿਹੜੀ ਜਨਵਰੀ 6 ਦੇ ਵਿੱਚ ਜੋ ਕੁਛ ਹੋਇਆ। ਸੋ ਆਈ ਹੋਪ ਕਿ ਜਿਹੜਾ ਕੰਟਰੀ ਆ ਵਿਲ ਰਿਕਵਰ ਫਰੋਮ ਇਟ ਪ੍ਰੀਟੀ ਸੂਨ। ਪੌਲ ਜੀ, ਤੁਸੀਂ ਵੀ ਕਾਫੀ ਨੇੜਿਓਂ ਦੇਖਦੇ ਰਹੇ ਨੇ ਇਸ ਇੰਟਰਨੈਸ਼ਨਲ ਪੋਲੀਟਿਕਸ ਨੂੰ ਵੀ। ਜਿਹੜੀ ਗੱਲਬਾਤ ਚੱਲਦੀ ਆ ਕਿ ਚੀਨ ਵਰਸਸ ਅਮਰੀਕਾ, ਇੱਕ ਪਾਸੇ ਚੀਨ ਦੁਨੀਆ ਦੀ ਤਾਕਤ ਬਣ ਰਿਹਾ, ਦੂਜੇ ਪਾਸੇ ਅਮਰੀਕਾ ਪਹਿਲਾਂ ਤਾਕਤ 'ਚ ਆ। ਪਹਿਲਾਂ ਕਿਸੇ ਵੇਲੇ ਰਸ਼ੀਆ ਇੱਕ ਪੋਲ ਹੁੰਦਾ ਸੀ, ਦੂਜੇ ਪਾਸੇ ਅਮਰੀਕਾ ਹੁੰਦਾ ਸੀ। ਉਹਨੂੰ ਕਹਿੰਦੇ ਸੀ ਇਹ ਜਿਹੜਾ ਉਹ ਇੱਕ ਕੈਪੀਟਲਿਜ਼ਮ ਆ ਅਤੇ ਦੂਜਾ ਸੋਸ਼ਲਿਜ਼ਮ ਦਾ ਮਾਡਲ ਆ। ਹੁਣ ਕੈਪੀਟਲਿਜ਼ਮ ਵਰਸਸ ਕੈਪੀਟਲਿਜ਼ਮ ਆ। ਹੁਣ ਜੋ ਬਾਈਡਨ ਕੁਛ ਇੱਦਾਂ ਦਾ ਕਰ ਸਕਦੇ ਆ ਵੀ ਅਮਰੀਕਾ ਫਿਰ ਇੱਥੇ ਉਸੇ ਤਰ੍ਹਾਂ ਹੀ ਖੜਾ ਹੋ ਜਾਏ ਚੀਨ ਦੇ ਸਾਹਮਣੇ, ਜਾਂ ਚੀਨ ਤੋਂ ਬਿਨਾਂ ਸਰਵਾਈਵ ਕਰ ਜੇ? ਮੇਰੇ ਖਿਆਲ ਤਾਂ ਐਕਚੁਅਲੀ ਜੋ ਬਾਈਡਨ ਚੀਨ ਨਾਲ ਦੁਬਾਰਾ ਫਿਰ ਕੰਮ ਜਿਸ ਤਰ੍ਹਾਂ ਕਿ ਪਹਿਲਾਂ ਐਡਮਿਨਿਸਟ੍ਰੇਸ਼ਨਸ ਕਰਦੀਆਂ ਰਹੀਆਂ ਕਰਨਗੇ, ਕਿਉਂਕਿ ਅਮਰੀਕਨ ਬਿਜ਼ਨਸ ਤੇ ਅਮਰੀਕਨ ਇੰਟਰਸਟ ਹੈਵਲੀ ਡਿਪੈਂਡੈਂਟ ਹੈਗੇ ਨੇ ਏਸ਼ੀਆ ਦੇ ਵਿੱਚ, ਸਪੈਸ਼ਲੀ ਚਾਈਨਾ ਤੇ ਹਾਂਗਕਾਂਗ ਅਦਰ ਰੀਜਨਲ ਜਿਹੜੇ ਉੱਥੇ ਸੀਗੇ। ਤਾਂ ਉਹਨਾਂ ਨੂੰ ਪਤਾ ਵੀ ਚਾਈਨਾ ਦੀ ਰੀਜਨਲ ਪਾਵਰ ਉੱਥੇ ਹੈਗੀ ਆ ਉਸ ਏਰੀਏ ਦੇ ਵਿੱਚ। ਸੋ ਮੇਰੇ ਖਿਆਲ ਇੰਸਟੈਡ ਆਫ ਐਂਟੈਗਨਿਸਟਿਕ ਰਿਲੇਸ਼ਨਸ਼ਿਪ ਜਿਸ ਤਰ੍ਹਾਂ ਕਿ ਟਰੰਪ ਨੇ ਕੋਸ਼ਿਸ਼ ਕੀਤੀ, ਸਪੈਸ਼ਲੀ ਵਿਦ ਜਿਹੜੇ ਟ੍ਰੇਡ ਬੈਨ, ਜਿਹੜੇ ਡਿਊਟੀਜ਼ ਲਾਏ ਤੇ ਟੈਰਿਫਸ ਐਂਡ ਆਲ ਦੈਟ, ਵੀ ਉਹ ਇਹ ਚੀਜ਼ਾਂ ਬੰਦ ਕਰਨਗੇ, ਕਰਕੇ ਉਹ ਬੇਸਿਕਲੀ ਇਕਾਨਮੀ ਅਮਰੀਕਨ ਨੂੰ ਫਰਕ ਪੈਣਾ, ਕਰਕੇ ਜਦੋਂ ਤੁਸੀਂ ਟੈਰਿਫ ਲਾਉਣੇ ਆ, ਟੈਰਿਫ ਤਾਂ ਤੁਹਾਡੇ ਕਸਟਮਰ ਨੇ ਹੀ ਦੇਣਾ। ਜੇ ਉਹਨੇ ਬਾਏ ਕਰਨੀ ਆ, ਉਹੀ ਜਿਹੜੀ ਚੀਜ਼ ਸਸਤੀ ਮਿਲਦੀ ਸੀ ਉਹਨਾਂ ਨੂੰ ਹੁਣ ਮਹਿੰਗੀ ਮਿਲਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਵੀ ਬਾਈਡਨ ਕੋਸ਼ਿਸ਼ ਕਰੂਗਾ ਵੀ ਇੱਕ ਤਰ੍ਹਾਂ ਦਾ ਡਿਫਰੈਂਟ ਅਮਰੀਕਨ ਏਜੰਡਾ ਕੀਤਾ ਜਾਵੇ, ਜਿਸ ਤਰ੍ਹਾਂ ਕਿ ਵੀ ਨਾਨ ਕਨਫਰੰਟੇਸ਼ਨਲ ਹੋਵੇ ਚਾਈਨਾ ਦੇ ਨਾਲ ਤੇ ਹੋਰ ਜਿਹੜੀਆਂ ਸੁਪਰ ਪਾਵਰਸ ਨੇ। ਹਾਂ, ਜਿਹੜਾ ਆਵਰੇਜ ਕਰਕੇ ਹੁਣ ਵਰਲਡ ਚੇਂਜ ਹੋ ਗਿਆ ਨਾ ਕੋਵਿਡ ਵਿੱਚ। ਪਹਿਲਾਂ ਤਾਂ ਨੋਰਮਲਾਈਜੇਸ਼ਨ ਆਵੇ, ਫੇਰ ਹੀ ਉਹ ਦੁਬਾਰਾ ਜਿਹੜੇ ਦੰਗੇ ਫਸਾਦ ਜਾਂ ਹੋਰ ਜਿਹੜੇ ਵਾਰਸ ਐਂਡ ਦਿਸ ਐਂਡ ਦੈਟ ਸੇਬਰ ਰੈਟਲਿੰਗ ਜਿਹਨੂੰ ਕਹਿੰਦੇ ਆ ਵੀ ਸ਼ੁਰੂ ਕਰਨਗੇ। ਉਹ ਮੇਰੇ ਖਿਆਲ ਹੁਣ ਐਕਚੁਅਲੀ ਵਰਲਡ ਨੂੰ ਚਾਹੀਦਾ ਨਹੀਂ। ਤਾਂ ਇਹ ਚੀਜ਼ਾਂ ਅਜੇ ਟਾਈਮ ਲੱਗੂਗਾ ਵੀ ਜੋ ਬਾਈਡਨ ਕਿਸ ਤਰ੍ਹਾਂ ਰਿਐਕਟ ਕਰਦਾ, ਪਰ ਮੇਰੇ ਖਿਆਲ ਇਨੀਸ਼ੀਅਲੀ ਉਹਨਾਂ ਨੂੰ ਰੀਚ ਆਊਟ ਕਰੂਗਾ ਵੀ ਬਈ ਜਿੰਨੀ ਕੰਡੀਸ਼ਨ ਅੱਗੇ ਚੱਲ ਰਹੀ ਸੀ, ਜਿਸ ਤਰ੍ਹਾਂ ਦੀ ਟ੍ਰੇਡ ਚੱਲ ਰਹੀ ਸੀ, ਵੀ ਉਸ ਤਰ੍ਹਾਂ ਦੇ ਨਾਲ ਹਾਂ ਅਮਰੀਕਾ ਦੇ ਇੰਟਰਸਟ ਸਟਿਲ ਰਹਿਣ ਫਰੰਟ ਤੇ, ਪਰ ਵੀ ਉਹ ਕੰਟਰੀਆਂ ਨੇ ਜਿਹੜਾ ਉਹਨਾਂ ਦੀ ਪਾਵਰ ਹੈਗੀ, ਜਿਹੜੀ ਬੇਸ ਹੈਗੀ, ਉਹਨਾਂ ਨੂੰ ਵੀ ਉਹ ਦਿੱਤੀ ਜਾਵੇ। ਹਾਂ, ਬਾਕੀ ਜਿਹੜੀਆਂ ਕੰਟਰੀਆਂ ਲਾਈਕ ਰਸ਼ੀਆ ਤੇ ਇੰਡੀਆ ਤੇ ਹੋਰ ਜਿਹੜੇ ਪਾਕਿਸਤਾਨ ਸਪੈਸ਼ਲੀ, ਇਹ ਕਿਸ ਤਰ੍ਹਾਂ ਉਹਨਾਂ ਦੇ ਲਾਈਕ ਫੋਰਨ ਪਾਲਿਸੀ ਦੇ ਵਿੱਚ ਆਉਂਦੇ ਨੇ, ਇਹ ਅਜੇ ਦੇਖਿਆ ਜਾਊਗਾ, ਕਰਕੇ ਇਹ ਅਜੇ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੇ ਦੇਖਣਾ ਵੀ ਕਿੱਥੋਂ ਉਹਨਾਂ ਦਾ ਫਾਇਦਾ ਜ਼ਿਆਦਾ ਆ। ਕਿਉਂਕਿ ਪਾਕਿਸਤਾਨ ਤਾਂ ਹੀ ਚਾਈਨਾ ਦੇ ਕਲੋਜ਼ ਚਲ ਗਿਆ, ਕਿਉਂਕਿ ਬੇਸਿਕਲੀ ਟਰੰਪ ਨੇ ਅਬੈਂਡਨ ਕੀਤਾ ਸੀ। ਉਸ ਤੋਂ ਬਾਅਦ ਈਵਨ ਪਹਿਲਾਂ ਵੀ ਉਹਨਾਂ ਦੇ ਵੀ ਜਿਹੜੀ ਫੋਰਨ ਫੰਡਿੰਗ ਇਹ ਦਿੰਦੇ ਆ ਜੋ ਘਟਦੀ ਸੀ। ਸੋ ਇਹ ਦੇਖਣਾ ਪਊਗਾ, ਪਰ ਮੇਰੇ ਖਿਆਲ ਵੀ ਜਿਸ ਤਰ੍ਹਾਂ ਦਾ ਪੁਰਾਣਾ ਵਰਲਡ ਆਈ ਥਿੰਕ ਕੋਸ਼ਿਸ਼ ਕਰਨਗੇ ਅਮਰੀਕਾ ਵੀ, ਅਮਰੀਕਾ ਲੀਡ ਕਰੇ ਬਾਏ ਐਗਜ਼ਾਮਪਲ, ਕਰਕੇ ਅਮਰੀਕਾ ਨੇ ਲੀਡ ਨਹੀਂ ਕੀਤਾ ਇਨ ਦੀ ਅਰਲੀਅਰ ਡੇਜ਼। ਵੋਰ ਕਰਨੀ ਅਫਗਾਨਿਸਤਾਨ, ਇਰਾਕ ਵਿੱਚ ਇਲੀਗਲ ਵੋਰ, ਬੰਦੇ ਮਾਰਨੇ ਹੰਡਰਡਸ ਆਫ ਥਾਊਜ਼ੈਂਡ, ਇਹ ਸਾਰਾ ਚੀਜ਼ ਵਰਲਡ ਚੰਗੀ ਤਰ੍ਹਾਂ ਨਹੀਂ ਦੇਖਦਾ ਸੀ। ਹਾਂ,
ਪਾਵਰ ਦੇਖਦਾ ਸੀ ਵੀ ਇਹਨਾਂ ਕੋਲ ਮਿਲਟਰੀ ਪਾਵਰ ਹੈਗੀ ਆ, ਪਰ ਉਹਦਾ ਲੌਂਗ ਟਰਮ 'ਚ ਕੋਈ ਇੰਨਾ ਫਾਇਦਾ ਨਹੀਂ ਇਨ ਟਰਮਸ ਆਫ ਹਿਊਮੈਨਿਟੀ ਜੇ ਵਰਲਡ ਵੱਲ ਦੇਖੀਏ। ਯਾਦਵੀਰ ਸਿੰਘ ਜੀ, ਇੱਕ ਜਿਹੜੀ ਦੂਜੀ ਗੱਲਬਾਤ, ਇਹ ਵੀ ਗੱਲ ਤੁਹਾਡੇ ਨਾਲ ਕਰਦੇ ਹਾਂ ਅਸੀਂ, ਪਰ ਉਹ ਤੋਂ ਪਹਿਲਾਂ ਸਾਨੂੰ ਇਹ ਦੱਸਿਓ ਕਿ ਜਿਹੜੀ ਇੱਕ ਕਹਿ ਰਹੇ ਕਿ ਮੈਂ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਪੱਕੇ ਕਰ ਦੇਣਾ, ਕਾਫੀ ਗੱਲਬਾਤ ਚੱਲ ਰਹੀ ਆ ਵੀ ਪਹਿਲਾਂ ਹੀ ਉਹਨਾਂ ਦੇ ਏਜੰਡੇ ਤੇ ਆ ਇਹ ਗੱਲ ਵੀ ਐਡਮਿਨਿਸਟ੍ਰੇਸ਼ਨ ਦੇ ਪਹਿਲੇ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਇਸ ਗੱਲ ਨੂੰ ਲਾਗੂ ਕਰ ਦੇਣਾ। ਇਹ ਕੀ ਮਾਮਲਾ ਜੀ? ਸਾਰਾ ਪੱਕੇ ਹੋ ਜਾਣਗੇ ਸਾਰੇ ਹੀ? ਹਾਂਜੀ, ਇਹ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਜੀ, ਉਹਨਾਂ ਨੇ ਮਿਸਟਰ ਬਾਈਡਨ ਨੇ ਆਪਣਾ ਜਿਹੜਾ ਉਹਨਾਂ ਦਾ ਮੈਨੀਫੈਸਟੋ ਸੀਗਾ, ਇਲੈਕਸ਼ਨ ਮੈਨੀਫੈਸਟੋ ਸੀ, ਉਹਦੇ ਵਿੱਚ ਉਹਨਾਂ ਦੀ ਦਿਸ ਇਜ਼ ਵਨ ਆਫ ਹਿਜ਼ ਮੇਜਰ ਅਨਾਊਂਸਮੈਂਟ ਕਿ ਅਸੀਂ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਇੱਥੇ, ਜਿਹੜੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਨੇ, ਕਈਆਂ ਦੇ ਅੱਗੇ ਬੱਚੇ ਵੀ ਹੁਣ ਜਵਾਨ ਹੋ ਗਏ ਨੇ ਪਰ ਦੇ ਆਰ ਸਟਿਲ ਅਨਡਾਕੂਮੈਂਟਡ, ਸੋ ਉਹਨਾਂ ਨੂੰ, ਉਹਨਾਂ ਦੀ ਤਕਰੀਬਨ ਰਫਲੀ ਗਿਣਤੀ 11 ਮਿਲੀਅਨ ਕਹਿੰਦੇ ਨੇ, ਮੇਰੇ ਖਿਆਲ ਜ਼ਿਆਦਾ ਹੋਣਗੇ ਜੀ। ਸੋ ਉਹਨਾਂ ਨੇ ਥਰੂ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮਸ ਜਿਹੜਾ ਨਾਂ ਦਿੱਤਾ ਹੈ ਉਹਨਾਂ ਨੇ, ਉਹ ਲੈਜਿਸਲੇਸ਼ਨ ਲੈ ਕੇ ਆ ਰਹੇ ਨੇ। ਉਹਨਾਂ ਨੇ ਆਲਰੇਡੀ ਆਈ ਥਿੰਕ ਉਹਦਾ ਲੈਜਿਸਲੇਸ਼ਨ ਹੈ ਉਹ ਪ੍ਰਪੇਅਰ ਕਰ ਲਿਆ ਆ ਐਂਡ ਦੇ ਵਿਲ ਪ੍ਰੈਜ਼ੈਂਟ ਇਟ ਇਨ ਵੈਰੀ ਅਰਲੀ ਫੇਜ਼ ਆਪਣੇ ਹਾਊਸ ਆਫ ਰੈਪਰੈਜ਼ੈਂਟੇਟਿਵ ਵਿੱਚ, ਤੇ ਉਸ ਤੋਂ ਬਾਅਦ ਇਟ ਵਿਲ ਬੀ ਨੈਗੋਸ਼ੀਏਟਡ ਇਨ ਸੈਨੇਟ, ਕਿਉਂਕਿ ਸੈਨੇਟ ਦੇ ਵਿੱਚ ਜਿੰਨੇ ਲੋਕ ਚਾਹੀਦੇ ਨੇ ਉਹਨਾਂ ਨੂੰ ਇਹੋ ਜਿਹੇ ਲੈਜਿਸਲੇਸ਼ਨ ਨੂੰ ਪਾਸ ਕਰਨ ਲਈ, ਕਿਉਂਕਿ ਰਿਪਬਲਿਕਨਸ ਆਰ ਅਗੇਂਸਟ ਇਟ, ਕਿਉਂਕਿ ਉਹ ਚਾਹੁੰਦੇ ਨਹੀਂ ਕਿ ਇੱਦਾਂ ਲੋਕਾਂ ਨੂੰ ਐਮਨੈਸਟੀ ਦੇ ਦਿੱਤੀ ਜਾਵੇ ਇੱਕ ਵੱਡਿਆਂ, ਕਿਉਂਕਿ ਉਹਨਾਂ ਦਾ ਇਹ ਵਿਚਾਰ ਆ ਕਿ ਜੇ ਇਸ ਤਰੀਕੇ ਨਾਲ ਐਮਨੈਸਟੀ ਮਿਲਣੀ ਸ਼ੁਰੂ ਹੋ ਗਈ ਤਾਂ ਜਿਹੜੇ ਹੋਰ ਲੋਕ ਵਹੀਰਾਂ ਕੱਤੀ ਆਉਂਦੇ ਨੇ ਸਾਊਥ ਅਮਰੀਕਾ ਤੋਂ, ਵੀ ਉਹਨਾਂ ਨੂੰ ਸਟਾਪ ਕਰਨਾ ਔਖਾ ਹੋ ਜਾਵੇਗਾ ਅਮਰੀਕਾ ਲਈ। ਸੋ ਦਿਸ ਇਜ਼ ਵਿਚ ਇਜ਼ ਵਨ ਆਫ ਹਿਜ਼ ਏਜੰਡਾ ਪ੍ਰਾਇਓਰਿਟੀ, ਆਪਣੇ ਉਹਨਾਂ ਦੀ ਏਜੰਡੇ ਦੇ ਉੱਤੇ ਇੱਕ ਮਤਲਬ ਟੌਪ ਪ੍ਰਾਇਓਰਿਟੀ ਆ ਜਿਹੜੀ ਇਮੀਗ੍ਰੇਸ਼ਨ ਆ। ਔਰ ਇਹ ਮੇਰਾ ਖਿਆਲ 'ਚ ਇੱਕ ਬੜਾ ਅਨਫੋਰਚੂਨੇਟ ਮਸਲਾ ਆ ਇਸ ਦੇਸ਼ ਦਾ ਕਿ ਇੱਥੇ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਇਟਸ ਟੋਟਲੀ ਬਰੋਕਨ। ਮਤਲਬ ਇੱਥੇ ਲੋਕਾਂ ਨੂੰ ਸਾਲਾਂ ਲੱਗ ਜਾਂਦੇ ਨੇ, ਉਹਨਾਂ ਦੀ ਐਪਲੀਕੇਸ਼ਨ ਨਹੀਂ ਨਿਕਲਦੀ। ਜਿਹੜਾ ਫੈਮਿਲੀ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਹ ਤਕਰੀਬਨ ਉਹ 20 ਸਾਲ ਹੋ ਗਏ ਲੋਕਾਂ ਨੂੰ ਅਪਲਾਈ ਕੀਤਿਆਂ ਨੂੰ। ਸੋ ਮੈਂ ਤੁਹਾਨੂੰ ਮੈਂ ਆਪਣੀ ਪਰਸਨਲ ਜਿਹੜਾ ਐਕਸਪੀਰੀਅੰਸ ਹੈ ਮੈਂ ਤੁਹਾਨੂੰ ਦੱਸਦਾ ਕਿ ਵਾਸ਼ਿੰਗਟਨ DC ਮੈਨੂੰ ਮੌਕਾ ਮਿਲਦਾ ਰਹਿੰਦਾ ਸੀਗਾ ਅੱਜ ਤੋਂ 10 ਸਾਲ ਪਹਿਲਾਂ, ਜਦੋਂ ਮੈਂ AGPC ਦੇ ਨਾਲ ਜੁੜਿਆ ਹੋਇਆ ਸੀਗਾ, ਤਾਂ ਉੱਥੇ ਕਾਫੀ ਸੀਨੀਅਰ ਜਿਹੜੇ ਬੰਦੇ ਸੀ ਉਹਨਾਂ ਨੂੰ ਮਿਲਣ ਨੂੰ ਮੌਕਾ ਮਿਲਦਾ ਸੀਗਾ, ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਅਸੀਂ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਦਾ ਇੱਕ ਉਹਦਾ ਡਿਪਾਰਟਮੈਂਟ ਹੈਗਾ ਇਮੀਗ੍ਰੇਸ਼ਨ, ਤੇ ਕਹਿੰਦੇ ਜਦੋਂ ਅਸੀਂ ਉਹਦੇ ਕੋਲੋਂ ਇੱਕ ਵਾਰੀ ਲੰਘ ਰਹੇ ਸੀਗੇ ਤੇ ਅਸੀਂ ਮਜ਼ਾਕ ਕਰ ਰਹੇ ਸੀਗੇ ਕਿ ਵੀ ਇਸ ਡਿਪਾਰਟਮੈਂਟ ਦਾ ਸੈਕਟਰੀ ਕੌਣ ਹੈ, ਤੇ ਜਿਹੜਾ ਉਹਨਾਂ ਵਿੱਚੋਂ ਸੀਗਾ ਉਹ ਕਹਿੰਦਾ ਵੀ ਮੈਂ ਸੈਕਟਰੀ ਹਾਂ, ਤੇ ਉਹ ਕਹਿੰਦਾ ਕਿ ਉਹ ਵੀ ਜਸਟ ਪਾਸਿੰਗ ਬਾਏ ਮੋਗਾਡਿਸ਼ੂ। ਸੋ ਉਹਨਾਂ ਦਿਨਾਂ ਵਿੱਚ ਸੋਮਾਲੀਆ ਦਾ ਜਿਹੜਾ ਦੇਸ਼ ਸੀਗਾ, ਮੋਗਾਡਿਸ਼ੂ ਸਿਟੀ ਸੀਗਾ, ਉਹ ਸਭ ਤੋਂ ਜ਼ਿਆਦਾ ਵਾਇਲੈਂਟ ਤੇ ਅਨਰੂਲੀ ਸੀਗਾ। ਸੋ ਦਿਸ ਇਜ਼ ਵਾਟ ਦ ਇਨਸਾਈਡ ਐਡਮਿਨਿਸਟ੍ਰੇਸ਼ਨ ਥਿੰਕਸ ਕਿ how depleted and how disturbed this area is of immigration। ਉਹਦਾ ਮੇਨ ਰੀਜ਼ਨ ਇਹ ਆ ਕਿ ਜਦੋਂ ਲੋਕ ਇਮੀਗ੍ਰੈਂਟ ਨੇ ਜਿਹੜੇ, ਜਦੋਂ ਉਹਨਾਂ ਕੋਲ ਪੇਪਰ ਨਹੀਂ ਹੈਗੇ ਤਾਂ ਉਹ ਵਿਚਾਰੇ ਉਸ ਸਿਸਟਮ ਦੇ ਉੱਤੇ ਡਿਪੈਂਡੈਂਟ ਨੇ, ਉਹਨਾਂ ਦੀ ਕੋਈ ਵੌਇਸ ਨਹੀਂ ਹੈਗੀ। ਪਰ ਮੈਂ ਸਮਝਦਾ ਕਿ ਜਿਹੜੀ ਪਿਛਲੇ ਜਦੋਂ ਦੇ ਜਿਹੜੇ ਡੈਕਾ ਪ੍ਰੋਗਰਾਮ ਆ, ਜਿਹੜਾ ਕਿ ਇਮੀਗ੍ਰੈਂਟਸ ਦੇ ਬੱਚਿਆਂ ਦੇ ਨੂੰ ਪੱਕੇ ਕਰਨ ਦਾ ਪ੍ਰੋਗਰਾਮ ਸੀਗਾ, ਉਹਨਾਂ ਬੱਚਿਆਂ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 1 ਮਿਲੀਅਨ ਦੇ ਕਰੀਬ ਆ, ਜਿਨ੍ਹਾਂ ਨੂੰ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਡਾਕਾ ਦੇ ਅੰਡਰ ਉਹਨਾਂ ਨੂੰ ਪੇਪਰ ਦਿੱਤੇ ਸੀਗੇ, ਉਹਨਾਂ ਬੱਚਿਆਂ ਨੇ ਇੱਕ ਬਿਗ ਮੂਵਮੈਂਟ ਰਨ ਕੀਤੀ ਆ ਪਿਛਲੇ 4 ਸਾਲ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ, ਕਿ ਉਹਨਾਂ ਨੇ ਇੰਨੀ ਆਪਣੀ ਵੌਇਸ ਬੁਲੰਦ ਕੀਤੀ ਆ ਉਹਨਾਂ ਜਿਹੜੇ ਇਮੀਗ੍ਰੈਂਟਸ ਦੇ ਬੱਚਿਆਂ ਨੇ, ਕਿ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਵਾਸਤੇ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਆ ਇਟਸ ਅ ਟੌਪ ਪ੍ਰਾਇਓਰਿਟੀ। And I hope that it will be addressed. This is the best time to address it, क्योंकि ਜਿਹੜੇ Democrats ਨੇ they have presidency, they have House of Representative and they have Senate. The Senate ਦੇ ਵਿੱਚ majority ਆ ਉਹਨਾਂ ਦੀ, although they need some Republican support in Senate, ਕਿਉਂਕਿ ਜਿਹੜਾ ਇਸ ਕਿਸਮ ਦਾ legislation ਆ ਉਹਨੂੰ ਪਾਸ ਕਰਨ ਲਈ they need 2/3 majority, so they need ਉਹਨਾਂ ਨੂੰ ਕੁਝ ਜਿਹੜੇ Republican ਚਾਹੀਦੇ ਹੋਣਗੇ। ਪਰ ਕਿਉਂਕਿ ਜਿਹੜੇ ਮਿਸਟਰ ਬਾਈਡਨ ਨੇ ਉਹਨਾਂ ਦਾ ਲੌਂਗ ਤਜਰਬਾ ਆ ਸੈਨੇਟ ਦੇ ਵਿੱਚ, ਉਹ ਆਲਮੋਸਟ 40 ਸਾਲ ਦੇ ਕਰੀਬ ਸੈਨੇਟਰ ਰਹੇ ਨੇ, ਸੋ ਹੀ ਹੈਜ਼ ਵੈਰੀ ਗੁੱਡ ਐਕਸਪੀਰੀਅੰਸ ਹਾਊ ਟੂ ਗੈਟ ਥਰੂ ਦ ਸੈਨੇਟ। ਸੋ ਆਈ ਹੋਪ ਕਿ ਉਹ ਇਸ ਜਿਹੜੀ ਇੱਕ ਮੈਂ ਕਹਿੰਦਾ ਇੱਕ ਧੱਬਾ ਹੀ ਹੈ ਵੀ ਜਿਵੇਂ ਰੇਸਿਜ਼ਮ ਧੱਬਾ ਆ, ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਅਮਰੀਕਾ ਦੀ, ਉਹ ਵੀ ਇੱਕ ਉੱਥੋਂ ਦੇ ਸਿਸਟਮ ਉੱਤੇ ਧੱਬਾ ਹੀ। ਇਟ ਲੁਕਸ ਲਾਈਕ ਅ
ਥਰਡ ਵਰਲਡ ਕੰਟਰੀ ਜਦੋਂ ਤੁਸੀਂ ਇਮੀਗ੍ਰੇਸ਼ਨ ਦੇ ਆਫਿਸ ਜਾਂਦੇ ਆ ਇੱਥੇ, ਅਸੀਂ ਸਾਰੇ ਵੀ ਵੈਂਟ ਥਰੂ ਇਟ। it's not even nothing close to at par with any western society। ਸੋ ਮੇਰਾ ਖਿਆਲ 'ਚ ਆਈ ਹੋਪ ਕਿ ਜਿਹੜਾ ਇਹ ਇਸ਼ੂ ਹੈ ਰਿਜ਼ੋਲਵ ਹੋਵੇ, ਔਰ ਇਹ ਜਿਹੜਾ ਕੰਟਰੀ ਆ ਜਿਹੜਾ ਕਿ ਇਟਸ ਬੇਸਡ ਔਨ ਇਟਸ ਅ ਕੰਟਰੀ ਆਫ ਇਮੀਗ੍ਰੈਂਟਸ, ਦਿਸ ਇਜ਼ ਵਾਟ ਐਵਰੀਬਾਡੀ ਸੇਜ਼। ਪਰ ਉੱਥੇ ਜਿਹੜੇ ਨਵੇਂ ਇਮੀਗ੍ਰੈਂਟ ਨੇ ਉਹਨਾਂ ਨੂੰ ਕਿੰਨੇ ਡਿਫੀਕਲਟ ਸਿਚੁਏਸ਼ਨ 'ਚੋਂ ਲੰਘਣਾ ਪੈਂਦਾ ਆ, ਇਹ ਇਟਸ ਅਨਬੀਅਰੇਬਲ। ਇਹ ਦੱਸਦੇ ਆ, ਕਹਿੰਦੇ ਬਰਾਕ ਓਬਾਮਾ ਹੋਣਾ ਵੇਲੇ ਵੀ ਇੱਕ ਵਾਰੀ ਇਹ ਸਾਰਾ ਕੁਝ ਕਰਨ ਦਾ ਯਤਨ ਕੀਤਾ ਗਿਆ ਸੀ, ਪਰ ਨਹੀਂ ਹੋਇਆ ਸੀ। ਸੈਨੇਟ ਦੇ ਵਿੱਚ ਇਸ ਵਾਰੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਪਾਸ ਹੋ ਸਕਦਾ ਹੈ ਕਿ ਉੱਥੇ ਸਮੱਸਿਆ ਆ ਸਕਦੀ ਹੈ? ਪਾਸ ਹੋਣ ਦਾ ਗੁੱਡ ਚਾਂਸ ਹੈ ਜੀ। ਉਹ ਇਹ ਹੋ ਸਕਦਾ ਕਿ ਜਿਵੇਂ ਹੁਣ ਜਿੰਨੀ ਸਵੀਪਿੰਗ ਲੈਜਿਸਲੇਸ਼ਨ ਜਿਹੜੇ ਡੈਮੋਕ੍ਰੇਟ ਪੇਸ਼ ਕਰਨਗੇ, ਜਿਹੜੇ ਰਿਪਬਲਿਕਨ ਨੈਗੋਸ਼ੀਏਟ ਕਰਨਗੇ ਉਹਨਾਂ ਨਾਲ। ਅੱਛਾ ਜੀ। ਕਿ ਭਾਈ ਅਸੀਂ ਜਿਵੇਂ ਲੈਟਸ ਸੇ ਕਿ ਜੇ ਇਹਨਾਂ ਨੇ ਕਿਹਾ ਕਿ ਅਸੀਂ 5 ਸਾਲ ਜਿਹੜੀ 5 ਸਾਲ ਬਾਅਦ ਅਸੀਂ ਸਿਟੀਜ਼ਨਸ਼ਿਪ ਦੇਣ ਨੂੰ ਤਿਆਰ ਆ, ਉਹ ਕਹਿਣਗੇ ਜੀ ਨਹੀਂ 5 ਸਾਲ ਨਹੀਂ, ਇਹਨਾਂ ਨੂੰ 8 ਸਾਲ ਬਾਅਦ ਦਿਓ। ਇੱਦਾਂ ਦੇ they will say put some other conditions into it ਕਿ ਜਿਹੜੇ ਬੰਦੇ ਇਮੀਗ੍ਰੈਂਟ ਇੱਥੇ ਪੱਕਾ ਹੋਣਾ ਚਾਹੁੰਦੇ ਨੇ, ਪੇਪਰ ਲੈਣਾ ਚਾਹੁੰਦੇ ਨੇ, ਉਹਨਾਂ ਵਾਸਤੇ ਕੋਈ ਹੋਰ ਕੰਡੀਸ਼ਨਸ ਹੋਣ ਤਾਂ ਕਿ ਉਹ ਅਬਿਊਜ਼ ਨਾ ਕਰਨ ਸਿਸਟਮ ਨੂੰ। ਜਾਂ ਜਿਹੜੀ ਰਿਪਬਲਿਕਨ ਸਟ੍ਰੈਟਜੀ ਇਜ਼ ਲਾਈਕ ਦਿਸ ਇਜ਼ ਦ ਬੇਸਿਸ ਆਫ ਦ ਹੋਲ ਇਸ਼ੂ। ਗੱਲ ਇਹ ਆ ਕਿ ਜਿਹੜੇ ਜਿੰਨੇ ਵੀ ਇਮੀਗ੍ਰੈਂਟਸ ਨੇ ਦੇ ਆਰ ਪ੍ਰੋ ਡੈਮੋਕ੍ਰੇਟਸ, ਔਰ ਜਿਹੜੇ ਰਿਪਬਲਿਕਨਾਂ ਨੂੰ ਇਹ ਆ ਕਿ ਜਿੰਨੇ ਇਮੀਗ੍ਰੈਂਟ ਇੱਥੇ ਵੱਧ ਸੈਟਲ ਹੋ ਰਹੇ ਨੇ, ਸਿਟੀਜ਼ਨ ਬਣ ਰਹੇ ਨੇ, ਦੇ ਆਰ ਵੋਟਸ ਫॉर ਡੈਮੋਕ੍ਰੇਟਸ। ਸੋ ਜਿਹੜੀ ਡੈਮੋਗ੍ਰਾਫਿਕਸ ਜਿਸ ਹਿਸਾਬ ਨਾਲ ਚੇਂਜ ਹੋ ਰਿਹਾ ਇਸ ਦੇਸ਼ ਦੇ ਵਿੱਚ, ਇਟਸ ਬਿਲੀਵਡ ਕਿ ਆਉਣ ਵਾਲੇ 15 ਸਾਲਾਂ ਬਾਅਦ ਜਿਹੜੇ ਵਾਈਟਸ ਨੇ ਦੇ ਵਿਲ ਬੀ ਇਨ ਮਿਨੋਰਿਟੀ। ਸੋ ਜੇ ਹੁਣ ਲੈਟਸ ਸੇ ਕਿ 11 ਮਿਲੀਅਨ ਲੋਕਾਂ ਨੂੰ ਇਹ ਪੱਕਾ ਕਰ ਦਿੰਦੇ ਨੇ ਤਾਂ ਉਹਨਾਂ ਨੂੰ 5 ਸਾਲ ਬਾਅਦ ਸਿਟੀਜ਼ਨਸ਼ਿਪ ਮਿਲ ਜਾਂਦੀ ਆ, ਮੇਬੀ ਦੈਟ ਵਿਲ ਸਪੀਡ ਅਪ ਲਿਟਲ ਬਿਟ ਕਿ ਉਹ ਮਤਲਬ 15 ਸਾਲ ਦੀ ਬਜਾਏ ਸ਼ਾਇਦ 10 ਸਾਲਾਂ 'ਚ ਹੀ ਓਵਰਟੇਕ ਕਰ ਜਾਣ। ਜੀ ਜੀ ਜੀ। ਪੌਲ ਜੀ, ਆਖਰ ਦੇ ਵਿੱਚ ਕੈਨੇਡਾ ਦੇ ਪੱਖ ਤੋਂ, ਦੁਨੀਆ ਦੇ ਪੱਖ ਤੋਂ ਤੇ ਅਮਰੀਕਾ ਦੇ ਪੱਖ ਤੋਂ ਜੋ ਬਾਈਡਨ ਦਾ ਆਉਣਾ ਤੁਹਾਨੂੰ ਕਿਹੜੀ ਵੱਡੀ ਚੇਂਜ ਲੱਗਦੀ ਹੈ ਜੀ? ਮੇਰੇ ਖਿਆਲ ਵੀ ਇੱਕ ਤਰ੍ਹਾਂ ਦਾ ਬਿਗ ਹੋਪ ਆ, ਰੇ ਆਫ ਹੋਪ ਵੀ ਵਰਲਡ ਵੀ ਚੇਂਜ ਹੋਊਗਾ, ਅਮਰੀਕਾ ਵੀ ਚੇਂਜ ਹੋਊਗਾ। ਇੱਕ ਮੈਂ ਇਮੀਗ੍ਰੇਸ਼ਨ 'ਤੇ ਟੱਚ ਕਰਨਾ ਚਾਹੁੰਦਾ। ਇਮੀਗ੍ਰੇਸ਼ਨ ਅਮਰੀਕਾ ਦੀ ਇਹਨਾਂ ਨੇ ਕਿਹਾ ਵੀ ਉਹ ਕਲੋਸੈਸਟ ਟੂ ਨਾ ਇੱਕ ਚੀਜ਼ ਜਿਹੜੀ ਹੈਲ ਜਿਹਨੂੰ ਕਹਿੰਦੇ ਆ ਵੀ ਉਹ ਹੈਲ ਸਿਸਟਮ ਆ। ਮੈਂ ਇੱਕ ਬਹੁਤ ਵੱਡੀ ਸਟੋਰੀ ਲਾਈਕ ਕੋਈ 20 ਪੇਜਸ ਦੀ ਸਟੋਰੀ ਹੋਣੀ, ਉਹ ਇਰਾਨੀਅਨ ਇਮੀਗ੍ਰੈਂਟ ਨੂੰ ਜਿਨ੍ਹਾਂ ਨੇ ਇਹਨਾਂ ਨੂੰ FBI ਨੇ ਉਹਨੂੰ ਫਸਾ ਕੇ ਵੀ ਤੂੰ ਸਪਾਈ ਆ ਇਰਾਨ ਦਾ, ਉਹਨੂੰ ਐਵੇਂ ਉਹ ਜੱਜ ਤੋਂ ਬਰੀ ਵੀ ਹੋ ਗਿਆ, ਫਿਰ ਵੀ ਉਹ 1.5 ਸਾਲ ਕੋਵਿਡ ਤੇ ਨਿਕਲ ਨਹੀਂ ਸਕਿਆ, ਵੀ ਰਿਪੋਰਟ ਨਹੀਂ ਕਰ ਸਕੇ ਉਹਨੂੰ। ਉਹਨੇ ਸਾਰੀ ਆਪਣੀ ਅੰਦਰੋਂ ਸਟੋਰੀ ਦੱਸੀ। ਜੇ ਤੁਸੀਂ ਸਟੋਰੀ ਪੜ੍ਹਦੇ ਆ ਨਾ ਤੇ ਤੁਸੀਂ ਫੀਲ ਕਰਦੇ ਆ ਵੀ ਟਰੰਪ ਨੇ ਇੰਨਾ ਅਬਿਊਜ਼ ਕੀਤਾ ਨਾ ਜਿਹੜੇ ਇਮੀਗ੍ਰੈਂਟਸ ਤੇ, ਸਪੈਸ਼ਲੀ ਜਿਹੜੀ ਆਈਸ ਆ, ਜਿਹੜੀ ਇਹਨਾਂ ਦੀ ਇਮੀਗ੍ਰੇਸ਼ਨ ਉਹ ਸਿਸਟਮ ਹੈਗੀ ਆ ਵੀ ਡਾਕੂਮੈਂਟ ਤੇ ਅਨਡਾਕੂਮੈਂਟਡ, ਤੇ ਇਹ ਉਹ ਵੀ ਬਹੁਤ ਚੇਂਜ ਚਾਹੀਦੀ ਆ ਵੀ ਉਹ ਬਾਈਡਨ ਨੂੰ ਟੋਟਲ ਓਵਰਹਾਲ ਕਰਨੀ ਚਾਹੀਦੀ ਆ, ਕਿਉਂਕਿ ਵੀ ਇਹ ਇਮੀਗ੍ਰੈਂਟ ਨਾਲ ਨਾ ਹੋਵੇ। ਜੇ ਤੁਸੀਂ ਨਹੀਂ ਉਹਨੂੰ ਐਕਸੈਪਟ ਕਰਦੇ ਤਾਂ ਉਹਨਾਂ ਨੂੰ ਡਿਪੋਰਟ ਕਰ ਦਿਓ, ਉਹਨਾਂ ਨੂੰ ਆਪਣੀ ਕੰਟਰੀ ਭੇਜ ਦਿਓ, ਪਰ ਉਹ ਤੁਹਾਡਾ ਸੁਣਦੇ ਹੀ ਨਹੀਂ, ਤੁਹਾਡੀ ਪੇਪਰ ਹੀ ਨਹੀਂ। ਤੁਸੀਂ ਜੇਲ੍ਹ 'ਚ ਬੈਠੇ ਆ, ਆਮ ਜਿਹੜੇ ਹੋਰ ਕੈਦੀ ਆ ਜਾਂ ਕਿਲਰ ਹੋਏ ਹੋਰ ਹੋਏ ਉਹਨਾਂ ਨਾਲ ਬੈਠੇ ਆ ਤੁਸੀਂ। ਸੋ ਇਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਚੀਜ਼ ਦਾ ਬਾਈਡਨ ਚੇਂਜ ਕਰ ਸਕਦਾ। ਕੈਨੇਡਾ ਦੀ ਸਾਈਡ ਤੋਂ ਜੇ ਆਪਾਂ ਇਮੀਗ੍ਰੇਸ਼ਨ ਦੇਖੀਏ ਤਾਂ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਜੋ ਕਿ ਕੈਨੇਡਾ ਨੂੰ ਆਉਣੇ ਸ਼ੁਰੂ ਹੋ ਗਏ ਸੀ ਟਰੰਪ ਕਰਕੇ, ਕਿਉਂਕਿ ਟਰੰਪ ਅਨਵੈਲਕਮ ਕਰਦਾ ਸੀ ਤੇ ਉਹਨੇ ਜਿਹੜੇ ਰੂਲਸ ਲੈਂਦੇ ਸੀ ਉਹ ਦੁਬਾਰਾ ਵੀ ਬੈਕ USA ਨੂੰ ਜਾਣੇ ਸ਼ੁਰੂ ਹੋ ਜਾਣੇ ਆ। ਸੋ ਉਹ ਆਪਣੀ ਗਵਰਨਮੈਂਟ ਨੂੰ ਦੇਖਣਾ ਪੈਣਾ ਵੀ ਕਿਸ ਤਰ੍ਹਾਂ ਉਹ ਅਟਰੈਕਟ ਕਰਨੇ ਤੇ ਕੀਪ ਕਰਨੇ ਜਿਹੜੇ ਸਪੈਸ਼ਲੀ ਸਕਿਲਡ ਤੇ ਹਾਈ ਲੈਵਲ ਇਮੀਗ੍ਰੈਂਟਸ ਨੇ, ਜਿਹੜੇ ਇਕਨੋਮਿਕ ਤੇ ਹੋਰ। ਸੋ ਇਹ ਚੀਜ਼ ਇਮੀਗ੍ਰੇਸ਼ਨ ਬਹੁਤ ਵੱਡੀ ਇੱਕ ਇਸ਼ੂ ਹੋਣੀ ਜਿਹੜੀ ਕਿ ਦੋਵੇਂ ਕੰਟਰੀਆਂ ਨੂੰ ਸਮਹਾਓ ਡੀਲ ਕਰਨੀ ਪੈਣੀ ਆ, ਅਮਰੀਕਾ ਨੂੰ ਇਸ ਹਿਸਾਬ ਤੇ ਕੈਨੇਡਾ ਨੂੰ ਵੀ ਉਹ ਅਟਰੈਕਟ ਕਰਨੇ ਆ ਜਿਹੜੇ ਬੰਦੇ ਟੈਕਨੋਲੋਜੀ ਦੇ ਹਾਈ ਟੈਕ ਲਈ ਆਏ ਸੀ ਤੇ ਹੋਰ ਜਿਹੜੇ ਵੀ ਇਹ ਕਿਸ ਤਰ੍ਹਾਂ ਕਰਨੇ। ਪਰ ਓਵਰਆਲ ਮੇਰੇ ਖਿਆਲ ਵੀ ਬਾਈਡਨ ਦੇ ਆਉਣ ਨਾਲ ਵਰਲਡ ਨੂੰ ਇੱਕ ਹੋਪ ਹੈਗੀ ਆ ਵੀ ਦੁਬਾਰਾ ਨੋਰਮਲਾਈਜੇਸ਼ਨ, ਜੋ ਕਿ ਜਿਸ ਤਰ੍ਹਾਂ ਸਪੈਸ਼ਲੀ ਯੂਰਪ ਐਂਡ ਅਦਰ ਕੰਟਰੀ ਜਿਹੜੀਆਂ ਕਿ ਅਮਰੀਕਾ ਦੀਆਂ ਸੀਗੀਆਂ ਅੱਗੇ, ਉਹਨਾਂ ਨੇ ਵੀ ਇਹਨੇ ਰਿਲੇਸ਼ਨ ਵਿਗਾੜ ਲਏ ਸੀ ਟਰੰਪ ਨੇ, ਵੀ ਉਹ ਸਮਹਾਓ ਦੁਬਾਰਾ ਫਿਰ ਵੀ ਅਮਰੀਕਾ ਲੀਡ ਕਰੂਗਾ ਇਨ ਅ ਵੇ ਦੈਟ ਦਿਸ ਟਾਈਮ ਫॉर द better instead of ਜਿਹੜੇ wars and other things ਇਹ ਕਰਦੇ ਰਹੇ ਅੱਗੇ। ਜੀ ਯਾਦਵਿੰਦਰ ਸਿੰਘ ਜੀ, ਤੁਹਾਡੀ ਕੀ ਟਿੱਪਣੀ ਹੈ ਆਖਰ ਦੇ ਵਿੱਚ? ਦੇਖੋ ਜੀ, ਮੈਂ ਸਮਝਦਾ ਕਿ ਜਿਹੜਾ ਅਮਰੀਕਾ ਨੂੰ ਇੱਕ ਜੋਲਟ ਲੱਗਿਆ ਆ ਪਿਛਲੇ 4 ਸਾਲ ਦੇ ਵਿੱਚ, ਜਿਹੜਾ ਉਹਦਾ ਇੱਕ ਅਮਰੀਕਾ ਐਜ਼ ਅ ਡੈਮੋਕ੍ਰੇਸੀ ਜਿਹੜੇ ਉਹਦਾ ਵੈਲਿਊ ਸਿਸਟਮ ਸੀਗਾ
ਉਹਨੂੰ ਇੱਕ ਕਿਸਮ ਦਾ ਇਹ ਨਹੀਂ ਕਹਿੰਦੇ ਧੱਕਾ ਲੱਗਿਆ ਆ, ਉਹ ਧੱਕਾ ਲੱਗਿਆ ਆ, ਪਰ ਮੇਰਾ ਖਿਆਲ ਤੋਂ ਜਿਵੇਂ ਐ ਨਹੀਂ ਹੁੰਦਾ ਸ਼ੌਕ ਲੱਗ ਕੇ ਬੰਦਾ ਫਿਰ ਸੰਭਲ ਜਾਂਦਾ ਆ। ਸੋ ਮੈਨੂੰ ਉਮੀਦ ਆ ਕਿ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਦੇ ਗੋ ਬੈਕ ਟੂ ਦ ਬੇਸਿਕ ਪ੍ਰਿੰਸੀਪਲਸ ਆਫ ਜਿਹੜੀ ਡੈਮੋਕ੍ਰੇਸੀ ਆ, ਜਿਹੜੀ ਕਿ ਜਿਹਦੇ ਵਾਸਤੇ ਅਮਰੀਕਾ ਜਾਣਿਆ ਜਾਂਦਾ ਆ, ਜਿਹਦੇ ਵਿੱਚ ਲਿਬਰਟੀ ਆ, ਜਸਟਿਸ ਆ, ਜਿਹਦੇ ਵਿੱਚ ਹਿਊਮਨ ਰਾਈਟਸ ਨੇ, all those ideals ਜਿਹਦੇ ਕਰਕੇ ਅਮਰੀਕਾ ਜਾਣਿਆ ਜਾਂਦਾ ਹੈ। ਆਈ ਹੋਪ ਕਿ ਇਟ ਵਿਲ ਗੋ ਬੈਕ ਟੂ। ਔਰ ਮੈਂ ਉਹਨਾਂ ਦੇ ਜਿਹੜੇ ਪ੍ਰੈਸ ਸੈਕਟਰੀ ਦਾ ਅੱਜ ਪੜ੍ਹ ਰਿਹਾ ਸੀ ਮੋਟੋ ਇਜ਼ ਟਰੁੱਥ, ਸੱਚਾਈ ਐਂਡ ਟਰਾਂਸਪੇਰੈਂਸੀ ਇਜ਼ ਪਾਰਦਰਸ਼ਤਾ। ਸੋ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਝੂਠ ਦੀ ਕੰਧ ਇੱਕ ਬੁਣੀ ਗਈ ਆ, ਜਾਂ ਇੱਕ ਸੀਕ੍ਰੇਸੀ ਦੀਆਂ ਗੱਲਾਂ ਚੱਲੀਆਂ, ਕੰਸਪੀਰੇਸੀਜ਼ ਦੀਆਂ ਜਿਹੜੀਆਂ ਗੱਲਾਂ ਹੋਈਆਂ ਬਹੁਤ ਸਾਰੀਆਂ, ਇਹਨਾਂ ਨੇ ਲੋਕਾਂ ਦੇ ਵਿੱਚ, ਅਮਰੀਕਨ ਦੇ ਵਿੱਚ ਬਹੁਤ ਕਨਫਿਊਜ਼ਨ ਕ੍ਰੀਏਟ ਕੀਤਾ ਆ। ਅਮਰੀਕਾ ਦੇ ਲੋਕ ਜਿਵੇਂ ਇੱਦਾਂ ਬਹੁਤ ਜ਼ਿਆਦਾ ਇਸ ਕਿਸਮ ਦੇ ਸ਼ੈਤਾਨ ਟਾਈਪ ਲੋਕ ਨਹੀਂ ਗੇ, ਜਿਵੇਂ ਆਪਣੇ ਇੰਡੀਆ ਦੇ ਇੱਧਰ ਉੱਧਰ ਲੋਕ ਨੇ, ਉਹ ਛੇਤੀ ਕਿਤੇ ਗੱਲ ਯਕੀਨ ਨਹੀਂ ਕਰਦੇ। ਦੇ ਟਰਸਟ ਦੇਅਰ ਲੀਡਰਸ ਬਿਕਾਜ਼ ਦਿਸ ਇਜ਼ ਵਾਟ ਦਿਸ ਡੈਮੋਕ੍ਰੇਸੀ ਇਜ਼ ਅਬਾਊਟ। ਦੇ ਟਰਸਟ ਦੇਅਰ ਲੀਡਰਸ। ਜੇ ਕੋਈ ਉਹਨਾਂ ਦਾ ਲੀਡਰ ਕੋਈ ਗੱਲ ਕਹਿੰਦਾ ਆ, ਦੇ ਟਰਸਟ ਹਿਮ, ਵਿਚ ਇਜ਼ ਗੁੱਡ ਫॉर ਡੈਮੋਕ੍ਰੇਸੀ। ਪਰ ਜਦੋਂ ਲੀਡਰ ਜਿਹੜਾ ਆ ਮਿਸਗਾਈਡ ਕਰੇ, ਉਹ ਲੋਕਾਂ ਨੂੰ ਮੂਰਖ ਬਣਾਵੇ, ਤਾਂ ਦੈਨ ਸਮ ਟਾਈਮ ਇਟ ਬੈਕਫਾਇਰਸ ਐਂਡ ਦਿਸ ਇਜ਼ ਵਾਟ ਹੈਪਨ। ਸੋ ਹੋਪਫੁਲੀ ਜਿਹੜੀ ਇੰਟੈਗ੍ਰਿਟੀ ਆ ਆਉਣ ਵਾਲੇ ਸਮੇਂ ਦੇ ਵਿੱਚ, ਉਹ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਹੋਪ ਕਰਦੇ ਹਾਂ ਕਿ ਦੇ ਵਿਲ have in their administration and their policies and their ਜਿਹੜੀ ਉਹਨਾਂ ਦੀਆਂ ਸਟੇਟਮੈਂਟਸ ਨੇ, ਤਾਂ ਕਿ ਜਿਹੜਾ ਉਹ ਪੁਰਾਣਾ ਜਿਹੜਾ ਵਿਸ਼ਵਾਸ ਆ ਲੋਕਾਂ ਦਾ ਇਸ ਡੈਮੋਕ੍ਰੇਸੀ ਵਿੱਚ ਬਣਿਆ ਰਹੇ, ਤਾਂ ਕਿ ਜਿਹੜੀ ਦੁਨੀਆ ਆ ਉਹ ਇਸ ਤੋਂ ਸੇਧ ਲੈ ਸਕੇ। ਔਰ ਬਾਕੀ ਕੰਟਰੀ ਨੇ ਜਿੱਥੇ ਜਿਵੇਂ ਤੁਸੀਂ ਚਾਈਨਾ ਦੀ ਗੱਲ ਕਰਦੇ ਸੀ, ਜਾਂ ਇੰਡੀਆ ਵਰਗੇ ਦੇਸ਼ ਨੇ ਜਿਹੜੇ ਕਿ ਅਜੇ ਵੀ somewhat they are not considered as free democracies, ਖਾਸ ਕਰਕੇ ਚਾਈਨਾ ਦਾ ਡੈਮੋਕ੍ਰੇਸੀ ਹੈ ਹੀ ਨਹੀਂ। So people can look for America for the leadership on those issues. ਬਹੁਤ ਬਹੁਤ ਸ਼ੁਕਰੀਆ ਯਾਦਵਿੰਦਰ ਸਿੰਘ ਜੀ। ਪੌਲ ਢਿੱਲੋਂ ਜੀ, ਤੁਸੀਂ ਸਮਾਂ ਕੱਢਿਆ, ਸਾਡੀ ਬੇਨਤੀ ਨੂੰ ਸਵੀਕਾਰ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਅੱਜ ਯਾਦਵਿੰਦਰ ਸਿੰਘ ਹੋਣਾ ਦੇ ਨਾਲ ਤੇ ਪੌਲ ਢਿੱਲੋਂ ਹੋਣਾ ਦੇ ਨਾਲ। ਇੱਕ ਬਹੁਤ ਵੱਡਾ ਦਿਨ ਸੀ ਅੱਜ। ਅਮਰੀਕਾ ਦੇ ਵਿੱਚ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਸਹੁੰ ਚੁੱਕੀ ਹੈ, ਜਿਹਦੇ ਨਾਲ ਅਮਰੀਕਾ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਕੁਝ ਤਬਦੀਲੀਆਂ ਵਾਪਰਨ ਦੀ ਆਸ ਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸ਼ਖਸੀਅਤ ਨਾਲ, ਇੱਕ ਨਵੇਂ ਵਿਸ਼ੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।